ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਚ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਣ ਆਇਆ। ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਭਾਈ। ਜਿਸ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਜੀ। ਤ੍ਰੈ ਸਤ ਅੰਗੁਲ ਵਾਈ ਔਧੂ ਸੁਨ ਸੱਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ ਚੀਨੈ ਅਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਹੇ ਤਾ ਮਨ ਚੂਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ। ਸੁਖ ਮਨਾ ਏੜਾ ਪਿੰਗੁਲਾ ਬੂਝੈ ਜਾ ਆਪੇ ਅਲਖ ਲਖਾਏ। ਨਾਨਕ ਤਿਹੁ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ। ਤ੍ਰੈ ਸਤ ਅੰਗੁਲ ਵਾਈ ਔਧੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸ਼੍ਰਵਣ ਕਰ ਰਹੇ ਹੋ ਅੰਮ੍ਰਿਤ ਬਾਣੀ ਰੇਡੀਓ, ਜਿਸ ਦੇ ਉੱਤੇ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ। ਜੋ ਸਤਿਗੁਰਾਂ ਨੇ ਸਾਨੂੰ ਕਲਯੁਗ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਸਾਧਨ ਦਿੱਤੇ ਨੇ। ਕੋਈ ਕਿੱਥੇ ਵੀ ਬੈਠ ਕੇ ਹਰ ਦੇਸ਼ ਦੇ ਵਿੱਚ ਗੁਰੂ ਕੀ ਬਾਣੀ ਦੇ ਜੋ ਅਰਥ ਨੇ, ਗੁਰਬਾਣੀ ਦਾ ਕੀਰਤਨ ਹੈ, ਕਥਾ ਵਿਚਾਰ ਹੈ, ਇਤਿਹਾਸ ਹੈ, ਇਹਨੂੰ ਸ਼੍ਰਵਣ ਕਰ ਸਕਦਾ ਹੈ। ਭਾਗਾਂ ਵਾਲੇ ਹਾਂ ਜੋ ਮਹਾਰਾਜ ਦੀ ਕਿਰਪਾ ਦਾ ਸਦਕਾ ਅੰਮ੍ਰਿਤਮਈ ਬਾਣੀ ਸਿੱਧ ਗੋਸ਼ਟ 944 ਅੰਗ ਤੇ 59 ਪੌੜੀਆਂ ਹੁਣ ਤੱਕ ਸ਼੍ਰਵਣ ਕੀਤੀਆਂ ਹਨ। 60ਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਜਿਤਨੀ ਕੁ ਬੁੱਧੀ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਤਨੀ ਕੁ ਬੁੱਧੀ ਦੇ ਅਨੁਸਾਰ ਇਹ ਵਿਚਾਰ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਹੋਰ ਵਿਵੇਕ ਬੁੱਧੀ ਬਖਸ਼ਣ। ਸੰਗਤਾਂ ਦੀਆਂ ਅਸੀਸਾਂ ਦਾ ਸਦਕਾ ਇਹ ਸੇਵਾ ਚੱਲਦੀ ਰਹੇ। ਆਓ ਚੱਲਦੇ ਹਾਂ ਅਚਲ ਬਟਾਲਾ। ਬਟਾਲੇ ਤੋਂ ਮਹਿਤਾ ਚੌਂਕ ਰੋਡ ਦੇ ਉੱਤੇ ਅਚਲ ਬਟਾਲਾ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਨਾਲ ਇਹ ਚਰਚਾ ਕੀਤੀ ਹੈ। ਕਦੇ ਸਮਾਂ ਲੱਗੇ ਜ਼ਿੰਦਗੀ 'ਚ ਜ਼ਰੂਰ ਉੱਥੇ ਜਾ ਕੇ ਦਰਸ਼ਨ ਕਰਨਾ। ਉਹ ਥਾਂ ਦੇਖ ਕੇ ਹੀ ਪਤਾ ਲੱਗ ਜਾਵੇਗਾ ਕਿ ਹਾਂ, ਇੱਕ ਪਾਸੇ ਤਲਾਬ ਦੇ ਵਿੱਚ ਸਿੱਧਾਂ ਦਾ ਮੰਦਰ, ਇੱਕ ਪਾਸੇ ਗੁਰੂ ਘਰ ਬਣਿਆ ਹੋਇਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹੋਰ ਵੀ ਗੁਰਸਿੱਖਾਂ ਨੂੰ ਭਾਈ ਅਜਿੱਤੇ ਰੰਧਾਵੇ ਵਰਗਿਆਂ ਨੂੰ ਉਤਾਰਿਆ।
ਸੋ ਆਓ ਵਿਚਾਰ ਸ਼੍ਰਵਣ ਕਰਦੇ ਹਾਂ। ਤ੍ਰੈ ਸਤ ਅੰਗੁਲ ਵਾਈ ਔਧੂ। ਇਹ ਵਿਚਾਰ ਅਸਲ ਵਿੱਚ ਪਿੱਛੋਂ ਹੀ ਚਲੀ ਆ ਰਹੀ ਹੈ। ਜੋ ਸਿੱਧਾ ਨੇ ਪ੍ਰਸ਼ਨ ਕੀਤੇ ਸਨ, ਤ੍ਰੈ ਤੋਂ ਭਾਵ 3 ਤੇ 7 ਤੋਂ ਭਾਵ 7, 7 ਤੇ 3 10। ਇਹ 10 ਉਂਗਲਾਂ ਦੇ ਬਰਾਬਰ ਜੋ ਸਾਡੀ ਸਵਾਸ ਨਲੀ ਹੈ। ਪਿੱਛੇ ਪ੍ਰਸ਼ਨ ਇਹਦਾ ਕੀਤਾ ਸੀ ਕਿ ਤ੍ਰੈ ਸਤ ਅੰਗੁਲ ਵਾਈ ਕਹੀ ਹੈ, ਤਿਸ ਕਹੋ ਕਵਨ ਆਧਾਰੋ। ਤਾਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਵੀ ਦਿੱਤਾ ਹੈ ਅਤੇ ਇਸ ਪੌੜੀ ਵਿੱਚ ਅੱਗੇ ਵੀ ਜਵਾਬ ਬਖਸ਼ਿਸ਼ ਕਰ ਰਹੇ ਨੇ। ਇਹ ਜੋਗੀ 10 ਉਂਗਲਾਂ ਦੇ ਬਰਾਬਰ ਵਾਲੇ ਸਵਾਸਾਂ ਦਾ ਜਿਹੜਾ ਆਧਾਰ ਆਸਰਾ ਅਫੁਰ ਪ੍ਰਭੂ ਹੈ। ਕਿਉਂਕਿ ਪੁੱਛਿਆ ਨਾ ਕਿ ਉਹ ਜਿਹੜੇ ਸਾਡੇ ਸਵਾਸ ਆਉਂਦੇ ਨੇ ਜਾਂਦੇ ਨੇ, ਪਵਨ ਕਾ ਥੰਬਾ, ਇਹ ਪਵਨ ਦਾ ਥੰਬਾ ਜਿਹੜਾ ਮਿਲਿਆ ਹੋਇਆ, ਭਾਵ ਜਿਨ੍ਹਾਂ ਪ੍ਰਾਣਾਂ ਦੇ ਆਸਰੇ ਸਾਡਾ ਸਰੀਰ ਖੜਾ ਹੈ, ਇਹ ਹਿਰਦੇ 'ਚੋਂ ਲੈ ਕੇ ਉੱਪਰ ਮੁੱਖ ਤੱਕ ਜਿਹੜੇ ਸਵਾਸ ਨਿਕਲਦੇ ਨੇ, ਆਪਣੇ ਆਪ ਅੰਦਰ ਚਲੇ ਜਾਂਦੇ ਨੇ। ਆਕਸੀਜਨ ਜਾਂਦੀ ਅੰਦਰ, ਕਾਰਬਨ ਡਾਈਆਕਸਾਈਡ ਬਾਹਰ ਨਿਕਲ ਆਉਂਦੀ ਹੈ। ਅਕਸਰ ਕੋਈ ਤਾਂ ਹੈ ਕਲਾ ਜਿਹਦੇ ਨਾਲ ਇਹ ਸਵਾਸ ਆਉਂਦੇ ਜਾਂਦੇ ਨੇ, ਇਹਨਾਂ ਦਾ ਕੋਈ ਆਸਰਾ ਤਾਂ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਅਫੁਰ ਪ੍ਰਭੂ ਹੈ ਆਸਰਾ ਇਹਨਾਂ ਦਾ। ਸੁਨ ਸੱਚ ਆਹਾਰੋ, ਕਿਉਂਕਿ ਉਹ ਜੋ ਵਾਹਿਗੁਰੂ ਸੁਨ ਸੱਚ ਅਫੁਰ ਪ੍ਰਭੂ ਹੈ ਨਾ, ਆਹਾਰ ਦਾ ਮਤਲਬ ਹੁੰਦਾ ਆਧਾਰ, ਆਸਰਾ। ਜਿਸ ਦੇ ਸਵਾਸ ਵਾਹਿਗੁਰੂ ਚੱਲਦੇ ਰੱਖੇ, ਉਹ ਚੱਲਦੇ ਰਹਿੰਦੇ ਨੇ। ਜਦੋਂ ਬੰਦ ਕਰ ਦੇਵੇ ਤਾਂ ਬੰਦ ਹੋ ਜਾਂਦੇ ਨੇ। ਪਰ ਉਹਦੀ ਮਰਜ਼ੀ ਇੱਕ ਹੋਰ ਵੀ ਹੈ ਕਿ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਵਾਹਿਗੁਰੂ ਨੂੰ ਭਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਜੀਵ ਤੁਰਿਆ ਫਿਰਦਾ। ਸਵਾਸ ਨਾ ਵੀ ਹੋਣ ਤਾਂ ਸਵਾਸ ਹੋਰ ਵੀ ਬਖਸ਼ਿਸ਼ ਕਰ ਦਿੰਦੇ ਨੇ, ਉਹਨਾਂ ਦੀ ਮਰਜ਼ੀ ਹੈ। ਸੋ ਇਸ ਕਰਕੇ ਸਿੱਧਾ ਨੇ ਪੁੱਛਿਆ, ਸਤਿਗੁਰੂ ਨੇ ਜਵਾਬ ਦਿੱਤਾ। ਆਪਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਪ੍ਰਾਣਾਂ ਦਾ ਆਸਰਾ ਹੈ ਵਾਹਿਗੁਰੂ। ਕਈ ਕਹਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ। ਭਾਈ ਇਹਨਾਂ ਸਵਾਸਾਂ ਦਾ ਹੀ ਆਸਰਾ ਉਹ ਹੈ ਜਿਹੜੇ ਇੱਕ ਇੱਕ ਸਵਾਸ ਲੈਂਦੇ ਆ, ਅੱਖਾਂ ਨਾਲ ਦੇਖਦੇ ਆ, ਕੰਨਾਂ ਨਾਲ ਸੁਣਦੇ ਆ, ਪੈਰਾਂ ਨਾਲ ਚੱਲਦੇ ਆ, ਹੱਥਾਂ ਨਾਲ ਕੰਮ ਕਰਦੇ ਆ, ਬੁੱਧੀ ਦਿਮਾਗ ਕੰਮ ਕਰਦਾ, ਜਿਹੜਾ ਉਹ ਕੋਈ ਸੱਤਾ ਹੀ ਹੈ ਜਿਹੜੀ ਸਾਡੇ ਤੋਂ ਹੀ ਸਾਰਾ ਕਰਮ ਕਰਵਾਉਂਦੀ ਹੈ। ਅਦਿੱਖ ਸੱਤਾ। ਸਤਿਗੁਰੂ ਕਹਿੰਦੇ ਉਹ ਨਜ਼ਰ ਨਹੀਂ ਆਉਂਦੀ। ਉਹਨੂੰ ਜੇ ਦੇਖਣਾ ਉਸ ਸ਼ਕਤੀ ਨੂੰ ਤਾਂ ਨਾਮ ਜਪਣਾ ਪਵੇਗਾ, ਮਰਿਆਦਾ ਵਿੱਚ ਚੱਲਣਾ ਪਵੇਗਾ। ਆਓ ਅੱਗੇ ਫਰਮਾਉਂਦੇ ਨੇ, ਗੁਰਮੁਖ ਬੋਲੈ ਤਤ ਬਿਰੋਲੈ ਚੀਨੈ ਅਲਖ ਅਪਾਰੋ। ਜਿਹੜੇ ਗੁਰਮੁਖ ਨੇ ਨਾ, ਜੋ ਗੁਰਮੁਖ ਨੇ, ਉਹ ਸ਼ਬਦ ਨੂੰ ਬੋਲਦੇ ਨੇ ਅਤੇ ਉਹ ਅਸਲੀਅਤ ਨੂੰ ਵਰੋਲਦੇ ਨੇ। ਸ਼ਬਦ ਨੂੰ ਬੋਲਦੇ ਨੇ, ਅਸਲੀਅਤ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਨੇ, ਵਰੋਲਦੇ ਨੇ ਚੰਗੀ ਤਰ੍ਹਾਂ। ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਵਾਹੇ ਤੋਂ ਭਾਵ ਅਸਚਰਜ ਹੈ, ਜੋ ਗੋ ਅਗਿਆਨ ਦਾ ਹਨੇਰਾ ਜੋ ਮੇਟ ਦਿੰਦਾ ਹੈ। ਰੂ ਦਾ ਅਰਥ ਹੈ ਪ੍ਰਕਾਸ਼। ਵਾਹਿਗੁਰੂ ਚੰਗੀ ਤਰ੍ਹਾਂ ਸ਼ਬਦ ਨੂੰ ਬੋਲ ਕੇ ਫਿਰ ਉਹ ਸ਼ਬਦ ਦੀ ਵਿਚਾਰ ਗੁਰਮੁਖ ਕਰਦੇ ਨੇ। ਸਤਿਗੁਰੂ ਆਪ ਕਹਿੰਦੇ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਿਉਂਕਿ ਗੁਰਬਾਣੀ ਦੀ ਵਿਚਾਰ ਜਿਹੜੀ ਹੈ, ਇਹੀ ਹਿਰਦੇ ਨੂੰ ਜਾ ਕੇ ਟੱਚ ਕਰਦੀ ਹੈ। ਵਿਚਾਰ ਹੀ ਵੱਡੀ ਚੀਜ਼ ਹੈ। ਚੀਨੈ ਅਲਖ ਅਪਾਰੋ, ਭਾਵ ਗੁਰਮੁਖ ਜਦੋਂ ਵਿਰੋਲਦਾ, ਨਿਰਣਾ ਕਰਦਾ ਹੈ, ਉਹ ਅਲਖ ਤੇ ਬੇਅੰਤ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਅੰਦਰ, ਹਿਰਦੇ ਤੋਂ ਬਾਹਰ, ਬ੍ਰਹਿਮੰਡਾਂ ਤੱਕ ਉਸ ਵਾਹਿਗੁਰੂ ਨੂੰ, ਵਿਆਪਕ ਸਰੂਪ ਨੂੰ, ਪ੍ਰਕਾਸ਼ਮਈ ਵਾਹਿਗੁਰੂ ਦੇ ਸਰੂਪ ਨੂੰ ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਸ ਜੋਤ ਨੂੰ ਫਿਰ ਪਹਿਚਾਣ ਲੈਂਦੇ ਨੇ। ਉਹ ਪ੍ਰਕਾਸ਼ ਹੀ ਪ੍ਰਕਾਸ਼ ਸਰੂਪ ਹੈ, ਸ਼ਾਂਤਮਈ ਹੈ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ। ਸਤਿਗੁਰੂ ਇਹ ਸਾਰੀਆਂ ਪੰਕਤੀਆਂ ਦਾ ਜਵਾਬ ਦਿੰਦੇ ਨੇ ਕਿ ਗੁਰਮੁਖ ਕੀ ਕਰਮ ਕਰਕੇ ਕਾਮਯਾਬ ਹੁੰਦੇ ਨੇ। ਸਤਿਗੁਰੂ ਕਹਿੰਦੇ, ਤੁਸੀਂ ਵੀ ਯੋਗੀ ਲੋਕੋ ਔਰ ਤੁਸੀਂ ਵੀ ਗੁਰਸਿੱਖ ਸੰਗਤੋ ਸੁਣ ਲਓ ਕਿ ਜਿਹੜਾ ਤਿੰਨਾਂ ਗੁਣਾਂ, ਇਹ 3 ਗੁਣ ਦੇ ਵਿੱਚ ਕਿਉਂਕਿ ਆ ਜਾਂਦੇ ਨੇ
ਸਭ ਤੋਂ ਥੱਲੇ ਤਮੋ ਗੁਣ, ਫਿਰ ਉਦੋਂ ਉੱਤੇ ਰਜੋ ਗੁਣ, ਫਿਰ ਸਤੋ ਦੇ ਜਿਹੜੇ ਗੁਣ ਨੇ ਇਹਨਾਂ ਦੇ ਪ੍ਰਭਾਵ ਨੂੰ ਮੇਟ ਦਿੰਦਾ। ਪ੍ਰਭਾਵ ਹੈ ਕਿਵੇਂ? ਕੋਈ ਬੰਦਾ ਵਿਆਹ ਸ਼ਾਦੀ 'ਚ ਗਿਆ, ਸਾਰੇ ਹੀ ਮਾੜੀਆਂ ਚੀਜ਼ਾਂ ਵੱਲ ਨੂੰ ਜ਼ਿਆਦਾ ਧਿਆਨ ਦਿੰਦੇ ਨੇ, ਬਿਰਤੀ ਉਹੀ ਜਿਹੀ ਬਣੀ ਅਤੇ ਪ੍ਰਭਾਵ ਹੀ ਉਹੋ ਜਿਹਾ। ਚਲੋ ਮੈਂ ਜੀ ਉੱਥੇ ਕਈ ਵਾਰੀ ਅਸੀਂ ਪੰਜਾਂ ਪਿਆਰਾਂ 'ਚ ਸੇਵਾ ਕੀਤੀ। ਹਾਂ ਬਈ ਤੂੰ ਕੀ ਗਲਤੀ ਕਰਕੇ ਆਇਆ ਭਾਈ? ਬਸ ਜੀ ਉਹ ਵਿਆਹ 'ਚ ਗਏ ਸੀ, ਮਾਹੌਲ ਜਿਹਾ ਬਣਿਆ ਹੋਇਆ ਸੀ, ਫਿਰ ਬਾਹਲੇ ਮਗਰ ਜੇ ਪੈ ਗਏ ਰਿਸ਼ਤੇਦਾਰ, ਕਹਿੰਦੇ ਵੀ ਇੱਥੇ ਕਾਹਦਾ ਪਿਆਰ ਆ, ਫਿਰ ਆਪਣਾ ਕਾਹਦਾ ਪਿਆਰ ਆ ਕਰਕੇ ਜੀ ਮੈਨੂੰ ਫਿਰ ਮਾੜੀ ਜਿਹੀ ਪੀਣੀ ਪੈ ਗਈ, ਫਿਰ ਚਲੋ ਹੋਰ ਵੀ ਖਾ ਪੀ ਲਿਆ। ਫਿਰ ਜੀ ਚਲੋ ਕਾਹਦਾ ਪਿਆਰ ਹੈ ਰਿਸ਼ਤੇਦਾਰੀ ਨਾਲ? ਜੇ ਉਹ ਰਿਸ਼ਤੇਦਾਰੀ ਰਹਿਤ ਨਾਲੋਂ ਤੋੜਦੀ ਹੈ, ਜੇ ਸਤਿਗੁਰੂ ਨਾਲੋਂ ਤੋੜਦੀ, ਉਹ ਰਿਸ਼ਤੇਦਾਰੀ ਕਾਹਦੀ ਹੈ? ਰਿਸ਼ਤੇਦਾਰੀ ਜੇ ਪਿਆਰ ਸੀ ਗੁਰੂ ਸਾਹਿਬ ਦੇ ਨਾਲ, ਕਿੰਨਿਆਂ ਸਿੰਘਾਂ ਨੇ ਕੁਰਬਾਨੀ ਕੀਤੀ ਸ੍ਰੀ ਅਨੰਦਪੁਰ ਸਾਹਿਬ। ਕਦੇ ਜਾ ਕੇ ਦੇਖਿਆ ਆਨੰਦਗੜ੍ਹ ਕਿਲ੍ਹੇ ਦੇ ਸਾਹਮਣੇ ਸ਼ਹੀਦਗੰਜ? ਕਦੇ ਫਤਿਹਗੜ੍ਹ ਸਾਹਿਬ ਜਾ ਕੇ ਦੇਖਿਆ ਜਿੱਥੇ 6000 ਸਿੰਘਾਂ ਦੇ ਅੰਗੀਠਾ ਬਣਿਆ ਹੋਇਆ? ਕਦੇ ਚਮਕੌਰ ਸਾਹਿਬ ਜਾ ਕੇ ਦੇਖਿਆ? ਕਦੇ ਸ੍ਰੀ ਮੁਕਤਸਰ ਸਾਹਿਬ ਜਾ ਕੇ ਦਰਸ਼ਨ ਕੀਤੇ ਜਿੱਥੇ 40 ਸਿੰਘਾਂ ਦਾ ਅੰਗੀਠਾ ਬਣਿਆ ਹੋਇਆ? ਉਹ ਉਹਨਾਂ ਦਾ ਆਪਣੇ ਨਾਲ ਪਿਆਰ ਸੀ, ਆਪਣੀ ਕੌਮ ਨਾਲ, ਉਹ ਸਾਡੇ ਲਈ ਜਾਨਾਂ ਵਾਰ ਗਏ। ਇਹੋ ਜਿਹੀ ਰਿਸ਼ਤੇਦਾਰੀ ਤੋਂ ਤਾਂ ਊਂ ਹੀ ਚੰਗੇ ਆ। ਰਿਸ਼ਤੇਦਾਰ ਆਪਣੇ ਕੌਣ ਨੇ? ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਤੁਹਾਡੇ ਰਿਸ਼ਤੇਦਾਰ ਕੌਣ ਨੇ? ਸਤਿਗੁਰੂ ਕਹਿੰਦੇ ਮਤ ਮਾਤਾ ਪਿਤਾ ਸੰਤੋਖ, ਇਹ ਰਿਸ਼ਤੇਦਾਰ ਮਾਤਾ ਪਿਤਾ। ਹੁਣ ਫਰਮਾਉਂਦੇ ਨੇ ਕਿ ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ, ਰਹਾਓ ਮੰਦਿਰ ਮੇਰੇ ਸਭ ਤੇ ਉੱਚੇ, देश मेरे बेअंता पूछे, राज हमारा सादी नेचल, माल हमारा अखूट अबेचल, शोभा मेरी सब जुगंतर, बाज हमारी थान तनंतर, कीर्त हमरी कर कर होई, भगत हमारी सबनी लोई, पिता हमारे प्रगटे माज हिरदे च, पिता पूत रल कीनी सांझ, कहो नानक जो पिता पतीने, पिता पूत एक रंग लीने। ਇਹ ਰਿਸ਼ਤੇਦਾਰੀ ਮਹਾਰਾਜ ਕਹਿੰਦੇ ਜਿਹੜਾ ਤਿੰਨਾਂ ਗੁਣਾਂ ਨੂੰ ਤਮੋ ਗੁਣੀ ਪ੍ਰਭਾਵ ਪੈਂਦਾ ਨਾ, ਵਿਆਹ 'ਤੇ ਵੱਖਰਾ ਪ੍ਰਭਾਵ ਹੈ। ਕਬੀਰ ਜੀ ਕਿਸੇ ਵਿਆਹ 'ਤੇ ਨਹੀਂ ਸੀ ਜਾਇਆ ਕਰਦੇ। ਕਬੀਰ ਜੀ ਕਹਿੰਦੇ ਵਿਆਹ 'ਤੇ ਜਾ ਕੇ ਤੇ ਰੱਬ ਤੋਂ 100 ਕਦਮ ਪਿੱਛੇ ਹਟ ਜਾਈਦਾ। ਹਾਂ ਜਿੱਥੇ ਵੀ ਕਿਤੇ ਕੋਈ ਚੜ੍ਹਾਈ ਕਰ ਜਾਂਦਾ ਇਲਾਕੇ ਭਰ ਦੇ ਵਿੱਚ, ਉਹਦੇ ਸੰਸਕਾਰ 'ਤੇ ਜ਼ਰੂਰ ਜਾਂਦੇ ਸੀ। ਕਹਿੰਦੇ ਭਾਈ ਬੰਦਾ ਸੰਸਕਾਰ 'ਤੇ ਜਾਂਦਾ ਰਹੇ ਨਾ, ਉਹਨੂੰ ਯਾਦ ਰਹਿੰਦੀ ਆਪਣੀ ਮੌਤ, ਅਤੇ ਪਰਮਾਤਮਾ ਦੇ 100 ਕਦਮ ਹੋਰ ਨੇੜੇ ਹੋ ਜਾਂਦਾ। ਸੋ ਜਿੱਥੇ ਤਮੋ ਗੁਣੀ ਲੋਕਾਂ ਦਾ ਪ੍ਰਭਾਵ ਹੈ, ਪੱਬਾਂ 'ਚ, ਕਲੱਬਾਂ 'ਚ, ਥਾਵਾਂ ਥਾਵਾਂ 'ਤੇ, ਜਿੱਥੇ ਮਾੜੇ ਥਾਵਾਂ 'ਤੇ, ਠੇਕਿਆਂ 'ਤੇ ਬੁਰੇ ਹਾਲੀ, ਉੱਥੇ ਤਾਂ ਬੰਦੇ ਦੇ ਮਾੜਾ ਅਸਰ ਪੈਣਾ ਹੀ ਹੈ। ਕਿਹੜਾ ਕੋਈ ਪਾਠ ਕਰ ਰਿਹਾ ਉੱਥੇ? ਰਜੋ ਗੁਣੀ, ਰਜੋ ਗੁਣ ਰਾਜਸੀ ਬੰਦਿਆਂ ਦੇ ਕੋਲ ਤੁਸੀਂ ਚਲੋ, ਤੁਹਾਡਾ ਵੀ ਚਿੱਤ ਕਰੋ ਮੈਨੂੰ ਵੀ ਕੋਈ ਜਿੰਦਾਬਾਦ ਕਰੇ, ਮੈਂ ਵੀ ਬਣ ਜਾਵਾਂ ਵੱਡਾ। ਸਤੋ ਗੁਣੀ ਕੋਲ ਚਲੇ ਜਾਓ ਤਾਂ ਉੱਥੇ ਇਹੋ ਜਿਹਾ ਬਣ ਜਾਂਦਾ ਹੈ। ਕਿਉਂਕਿ ਕਹਿੰਦੇ ਨੇ ਸਿਆਣੇ ਇੱਕ ਉਦਾਹਰਣ ਦਿੰਦੇ ਨੇ, ਸਫਟਕ ਹੁੰਦਾ, ਸਫਟਕ ਕਹਿੰਦੇ ਨੇ ਬਲੌਰ ਨੂੰ। ਬਲੌਰ ਜਿਹੜਾ ਹੁੰਦਾ ਕੱਚ ਦਾ, ਇਹਨੂੰ ਜੇ ਆਪਾਂ ਲਾਲ ਕਾਗਜ਼ 'ਤੇ ਰੱਖ ਦਈਏ, ਲਾਲ ਰੰਗ ਛੱਡਣ ਲੱਗ ਜਾਂਦਾ। ਹਰੇ 'ਤੇ ਰੱਖ ਦਈਏ ਹਰਾ ਬਣ ਜਾਂਦਾ ਹੈ, ਚਿੱਟੇ 'ਤੇ ਰੱਖ ਦੀ ਚਿੱਟਾ ਦਿਖਣ ਲੱਗ ਜਾਂਦਾ। ਮਨੁੱਖ ਦਾ ਮਨ ਇਸੇ ਤਰ੍ਹਾਂ ਹੀ ਹੈ, ਜਿੱਥੇ ਵੀ ਗਿਆ ਉਹੋ ਜਿਹੀ ਰੰਗਤ ਇਹਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੁਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਘਰੋਂ ਹੀ ਹਲੇ ਤੁਰਦੇ ਹੋ ਕਿ ਅੱਜ ਬਈ ਛੁੱਟੀ ਦਾ ਦਿਨ ਹੈ, ਗੁਰਪੁਰਬ ਵੀ ਹੈ, ਚਲੋ ਗੁਰਦੁਆਰੇ ਸਾਹਿਬ ਜਾਂਦੇ ਹਾਂ। ਘਰੋਂ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਦੇ ਹਾਂ ਔਰ ਪਵਿੱਤਰ ਖਿਆਲਾਤ ਬਣ ਜਾਂਦੇ ਨੇ। ਸਤੋ ਗੁਣ ਆਪਣੇ ਲਈ ਚੰਗਾ। ਇਹ ਤਮੋ ਅਤੇ ਰਜੋ ਤਾਂ ਆਪਾਂ ਜਾਣਾ ਹੀ ਨਹੀਂ ਇੱਧਰ ਨੂੰ। ਤਮੋ ਗੁਣੀ ਲਈ ਗੁਰਦੁਆਰੇ ਦੇ ਬਾਹਰ ਲਿਖਿਆ ਹੁੰਦਾ ਹੈ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੰਬਾਕੂ, ਬੀੜੀ, ਨਸਵਾਰ, ਜਰਦਾ, ਸ਼ਰਾਬ ਲੈ ਕੇ ਵੜਨਾ ਮਨਾ। ਤਮੋ ਗੁਣੀ ਲਈ। ਰਜੋ ਗੁਣੀ ਲਈ ਲਿਖਿਆ ਹੁੰਦਾ ਸਟੇਜ ਦੇ ਉੱਤੇ ਸਿਵਾਏ ਧਾਰਮਿਕ ਗੱਲ ਤੋਂ ਦੂਸਰੀ ਗੱਲ ਨਹੀਂ ਕਰਨੀ, ਕੋਈ ਸਰਕਾਰੀ ਲੈਕਚਰ ਨਹੀਂ ਦੇਣਾ, ਕੋਈ ਦੂਜਾ ਲੈਕਚਰ ਨਹੀਂ ਦੇਣਾ, ਕੋਈ ਸਿਆਸੀ ਗੱਲ ਨਹੀਂ ਕਰਨੀ, ਸਿਰਫ ਧਾਰਮਿਕ। ਕਹਿਣ ਤੋਂ ਭਾਵ ਗੁਰੂ ਘਰ ਦੇ 'ਚ ਤਮੋ ਅਤੇ ਰਜੋ ਨੂੰ ਰੋਕਿਆ ਹੋਇਆ। ਸਤੋ ਗੁਣੀ ਠੀਕ ਹੈ, ਸੁੱਧ ਕੇਸੀ ਇਸ਼ਨਾਨ ਕਰਕੇ, ਸੋਹਣੇ ਕੱਪੜੇ ਪਾ ਕੇ, ਅਤੇ ਸ਼ੁੱਧ ਭੋਜਨ ਖਾਣ ਵਾਲਾ, ਮਿੱਠਾ ਬੋਲਣ ਵਾਲਾ, ਨਿੰਮ ਚੱਲਣ ਵਾਲਾ, ਉੱਥੇ ਫਿਰ ਜਾ ਕੇ ਕਿਤੇ ਨਾਮ ਦਾ ਸੰਕਲਪ ਕਰਦਾ ਤਾਂ ਆਨੰਦਮਈ ਅਵਸਥਾ 'ਚ ਕੀਰਤਨ 'ਚ ਬੈਠਦਾ, ਕਥਾ 'ਚ ਬੈਠਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਦੇ ਪ੍ਰਭਾਵ ਨੂੰ ਮੇਟਣਾ। ਕਬੀਰ ਜੀ ਕਹਿੰਦੇ ਨੇ ਦੂਰੋਂ ਹੀ ਭੱਜ ਜਾਓ ਤਮੋ ਗੁਣੀਆਂ ਤੋਂ, ਰਜੋ ਗੁਣੀਆਂ ਤੋਂ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ।
ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਰਜੋ ਗੁਣੀ ਬੰਦਿਆਂ ਤੋਂ, ਤਮੋ ਗੁਣੀ ਬੰਦਿਆਂ ਤੋਂ ਵਾਹਿਗੁਰੂ ਬਚਾ ਕੇ ਹੀ ਰੱਖੇ। ਚਲੋ ਹਲੇ ਸਤੋ ਗੁਣੀਆਂ ਦੀ ਸੰਗਤ ਥੋੜ੍ਹੀ ਠੀਕ ਹੈ ਉਦੋਂ, ਕਿਉਂਕਿ ਅਗਲਾ ਸਟੈਪ ਸਾਡਾ ਚੌਥਾ ਸਟੈਪ, ਜਿੱਥੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ। ਚੌਥਾ ਗੁਣ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤ੍ਰੈ ਗੁਣ ਮੇਟੈ ਸ਼ਬਦ ਵਸਾਏ। ਉਹ ਮੇਟ ਕੇ ਤਿੰਨਾਂ ਗੁਣਾਂ ਨੂੰ ਹਿਰਦੇ ਵਿੱਚ ਸ਼ਬਦ ਨੂੰ ਵਸਾਉਂਦਾ ਹੈ। ਤਿੰਨਾਂ ਗੁਣਾਂ ਨੂੰ ਹੀ ਮੇਟ ਦੇਣਾ ਕਿ ਇਹ ਸਤੋ ਤੋਂ ਵੀ ਉੱਪਰ ਜਾਣਾ ਹਲੇ ਅਸੀਂ। ਇਸ ਤੋਂ ਉੱਪਰ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੋਵੇ, ਪਾਠ ਆਰੰਭ ਕਰਾਉਣਾ ਹੋਵੇ, ਅਖੰਡ ਪਾਠ ਸਾਹਿਬ ਬੇਨਤੀ ਕਰਿਆ ਏ ਗੁਰੂ ਘਰ 'ਚ। ਥੋੜ੍ਹੇ ਦਿਨ ਪਹਿਲਾਂ, ਹਫ਼ਤਾ ਕੁ ਪਹਿਲਾਂ ਚੰਗੀ ਤਰ੍ਹਾਂ ਘਰ ਦੀ ਸਫਾਈ, ਸਭ ਨੂੰ ਕਹਿ ਦਿੱਤਾ ਬਈ ਘਰ ਵਿੱਚ ਕੋਈ ਮਾੜੀ ਚੀਜ਼ ਨਹੀਂ ਆਉਣੀ ਚਾਹੀਦੀ, ਫਰਿੱਜਾਂ ਸਾਫ਼। ਇਹ ਦੇਖੋ ਤਮੋ ਗੁਣ ਨੂੰ ਘਰੋਂ ਬਾਹਰ ਕੱਢਿਆ ਪਹਿਲਾਂ। ਸਭ ਨੂੰ ਪਤਾ ਕਿ ਇਸ ਘਰ 'ਚ ਪਾਠ ਹੈ ਵੀ ਇੱਥੇ ਹੁਣ ਗਲਤ ਚੀਜ਼ ਨਹੀਂ ਖਾਣੀ। ਸੋ ਆਮ ਤੌਰ 'ਤੇ ਤਾਂ ਫਿਰ ਟੀਵੀ ਟੂਵੀ ਵੀ ਸਭ ਬੰਦ ਕਰਦੇ, ਉਹਦੇ ਕੱਪੜਾ ਪਾ ਕੇ ਰੱਖ ਦਿੰਦੇ। ਰਜੋ ਗੁਣੀ ਗੱਲਾਂ ਨਹੀਂ ਕਰਨੀਆਂ। ਧੂਪ ਬੱਤੀ ਕਰ ਦਿੰਦੇ ਆ, ਘਰ ਦੇ ਸਫਾਈ, ਸੁੱਚੀਆਂ ਚਾਦਰਾਂ ਬਈ ਵਿਛਾਉਣੀਆਂ। ਸਤੋ ਗੁਣ 'ਤੇ ਆ ਗਏ ਆ। ਹੁਣ ਸਤੋ ਗੁਣ ਤੱਕ ਹੀ ਸੀਮਤ ਨਹੀਂ ਰਹਿੰਦੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਪਾਠ ਦਾ ਆਰੰਭ ਹੋਣਾ, ਇਹ ਚੌਥੀ ਪਦਵੀ ਹੈ। ਕੀਰਤਨ, ਕਥਾ, ਸ਼ਬਦ ਦੀ ਵਿਚਾਰ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਹਿਰਦੇ 'ਚ ਗੁਰਮੁਖ ਸ਼ਬਦ ਨੂੰ ਵਸਾਉਂਦੇ ਨੇ ਤਾਂ ਮਨ ਚੂਕੈ ਅਹੰਕਾਰੋ, ਤਾਂ ਉਹਦੇ ਮਨ ਵਿੱਚੋਂ ਹੰਕਾਰ ਦੂਰ ਹੁੰਦਾ ਜਾ ਕੇ। ਮੇਨ ਚੀਜ਼ ਹੰਕਾਰ ਹੈ ਬਸ। ਜਦੋਂ ਤੱਕ ਇਹ ਹੰਕਾਰ ਸਤਿਗੁਰੂ ਕਹਿੰਦੇ ਨਹੀਂ ਜਾਂਦਾ, ਉਦੋਂ ਤੱਕ ਕੁਛ ਨਹੀਂ ਬਣ ਸਕਦਾ। ਹੰਕਾਰ ਨੂੰ ਦੂਰ ਸਤਿਗੁਰਾਂ ਨੇ ਕੀਤਾ। ਨਿਮਰਤਾ, ਜਿਵੇਂ ਗੁਰੂ ਘਰ ਦੇ ਵਿੱਚ ਝਾੜੂ ਦੇਣਾ, ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਸੰਗਤ ਨੂੰ ਪੱਖਾ ਕਰਨਾ, ਭਾਵ ਨੀਵੇਂ ਹੋ ਕੇ ਜਿਹੜਾ ਕਰਮ ਕਰਨਾ ਨਾ, ਜਿਹਦੇ ਵਿੱਚ ਨਿਮਰਤਾ ਆਵੇ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ। ਹੁਣ ਇਹ ਦੇਖੋ ਅਸੂਲ ਹੈ ਕਿ ਹੁਣ ਹਰੀ ਨਾਮ ਨਾਲ ਪਿਆਰ ਕਿਵੇਂ ਲੱਗੇ। ਜੇ ਆਪਾਂ ਸੱਚਮੁੱਚ ਹੀ ਚਾਹੁੰਦੇ ਹਾਂ ਕਿ ਵਾਹਿਗੁਰੂ ਨਾਲ ਮੇਰਾ ਪਿਆਰ ਬਣੇ, ਤਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਜੀਵ ਦੇ ਅੰਦਰ ਬਾਹਰ ਭਾਵ ਹਰ ਥਾਂ 'ਤੇ ਇੱਕ ਵਾਹਿਗੁਰੂ ਨੂੰ ਹੀ ਪਛਾਣਨਾ ਸ਼ੁਰੂ ਕਰ ਦਿੱਤਾ। ਮੇਰੇ ਅੰਦਰ ਵੀ ਹੈ ਤਾਂ ਮੇਰੇ ਬਾਹਰ ਵੀ ਹੈ। ਜੇ ਮੇਰੇ ਅੰਦਰ ਹੈ ਤਾਂ ਸਾਰੇ ਮਨੁੱਖਾਂ ਅੰਦਰ ਵੀ ਹੈ, ਪਸ਼ੂਆਂ ਪੰਛੀਆਂ ਵਿੱਚ ਵੀ, ਦਰਖਤਾਂ ਵਿੱਚ ਵੀ। ਕਦੇ ਬਹਿ ਕੇ ਐਸਾ ਖਿਆਲ ਕਰੋ, ਵਾਹਿਗੁਰੂ ਵਾਹਿਗੁਰੂ ਤਾਰਿਆਂ ਵਿੱਚ ਵੀ ਹੈ, ਵਾਹਿਗੁਰੂ ਵਾਹਿਗੁਰੂ ਚੰਦਰਮਾ ਸੂਰਜ ਵਿੱਚ ਵੀ ਉਹਦੀ ਜੋਤ ਕਰਮ ਕਰਦੀ ਹੈ। ਵਾਹਿਗੁਰੂ ਵਾਹਿਗੁਰੂ ਸਾਰਿਆਂ ਦੇ ਵਿੱਚ ਹੈ ਵਾਹਿਗੁਰੂ। ਫਿਰ ਕਿਹਦੇ ਨਾਲ ਸਾਡੀ ਦੁਸ਼ਮਣੀ ਹੈ? ਕਿਸੇ ਨਾਲ ਵੀ ਨਹੀਂ, ਕਿਉਂਕਿ ਸਾਰੇ ਵਾਹਿਗੁਰੂ ਹੈ। ਇਹ ਬਿਰਤੀ ਬਣਾਉਂਦੀ ਹੈ ਬਾਣੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਗਤੀ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਅੰਤਰ ਬਾਹਰ ਏਕੋ ਜਾਣੈ। ਅੰਦਰ ਆਪਣੇ ਹਿਰਦੇ 'ਚ ਅਤੇ ਬਾਹਰ ਸਾਰੇ ਕਿਤੇ ਜਦੋਂ ਜਾਣੀਏ ਵਾਹਿਗੁਰੂ ਨੂੰ, ਤਾਂ ਉਹਦੇ ਨਾਮ ਦੇ ਨਾਲ ਆਪੇ ਹੀ ਪਿਆਰ ਲੱਗ ਜਾਂਦਾ ਹੈ। ਸੁਖ ਮਨਾ ਏੜਾ ਪਿੰਗੁਲਾ ਬੂਝੈ, ਜਾਂ ਆਪੇ ਅਲਖ ਲਖਾਏ। ਹੁਣ ਇਹ ਜਿਹੜੀਆਂ ਜੋਗੀਆਂ ਦੀਆਂ ਚੀਜ਼ਾਂ ਨੇ ਕਿ ਸੁਖਮਨਾ ਦੋਹਾਂ ਭਰਵੱਟਿਆਂ ਦੇ ਵਿਚਕਾਰ ਵਾਲੀ ਨਾੜੀ, ਜਿਸ ਉੱਤੇ ਪ੍ਰਾਣਾਯਾਮ ਕਰਨ ਵੇਲੇ ਧਿਆਨ ਟਿਕਾਉਂਦੇ ਨੇ, ਈੜਾ ਕਹਿੰਦੇ ਨੇ ਖੱਬੀ ਨਾੜੀ, ਪਿੰਗਲਾ ਕਹਿੰਦੇ ਨੇ ਸੱਜੀ ਨਾੜੀ। ਸਤਿਗੁਰੂ ਕਹਿੰਦੇ ਜਦੋਂ ਗੁਰੂ ਆਪ ਲਖਤਾ ਤੋਂ ਰਹਿਤ ਪ੍ਰਭੂ ਨਾਲ ਜਾਣ ਪਛਾਣ ਕਰਾ ਦਿੰਦੇ ਨੇ ਨਾ, ਤਾਂ ਸੁਖਮਨਾ, ਈੜਾ ਤੇ ਪਿੰਗਲਾ ਨਾੜੀਆਂ ਦੀ ਸੁਤੇ ਹੀ ਸੋਝੀ ਹੋ ਜਾਂਦੀ ਆ। ਆਹ ਬਾਣੀ ਪੜ੍ਹਨ ਦੇ ਨਾਲ ਇਹ ਦੇਖੋ ਸੁਭਾਵਿਕ ਹੀ ਪਤਾ ਲੱਗ ਜਾਂਦਾ। ਜੋਗੀ ਤਾਂ ਕਹਿੰਦੇ ਨੇ ਆਂਟ ਸੇਤੀ ਨਾਕ ਪਕੜ ਹੈ, ਠੱਗਣ ਕੋ ਸੰਸਾਰੋ। ਅੰਗੂਠਾ ਸੱਜੇ ਹੱਥ ਦਾ ਅਤੇ ਉਹ ਜਿਹੜੀ ਅਨਾਮਕਾ ਉਂਗਲ ਹੈ ਚੀਚੀ ਦੇ ਨਾਲ ਦੀ, ਇਹਦੇ ਨਾਲ ਜਾਂ ਚੀਚੀ ਨਾਲ ਪਕੜਨਾ ਨੱਕ ਨੂੰ ਤਾਂ ਜੇ ਕਰਨਾ, ਭਰਵੱਟਿਆਂ 'ਚ ਧਿਆਨ ਟਿਕਾਉਣਾ। ਪਰ ਜਿਹੜੇ ਬਾਣੀ ਕਾਫੀ ਜ਼ਿਆਦਾ ਪੜ੍ਹਦੇ ਨੇ, ਹੁਣ 5 ਬਾਣੀਆਂ ਪੜ੍ਹ ਕੇ ਹੀ ਦਮ ਗਜੇ ਮਾਰੀਏ, ਮੈਂ ਬਹੁਤ ਬਾਣੀ ਪੜ੍ਹੀ, 5 ਬਾਣੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ। 25-50 ਪਾਠ ਕਰਨ ਦੀ ਗੱਲ ਕਰੋ। ਕਹਿੰਦੇ ਬਹੁਤ ਜ਼ਿਆਦਾ ਵੀ ਅਵਸਥਾ ਵੀ ਤਾਂ ਬਹੁਤ ਵੱਡੀ ਮਿਲੇਗੀ। ਥੋੜ੍ਹੇ ਕਰਨੇ, ਥੋੜ੍ਹੇ ਕਰਾ ਦਿੰਦੇ ਆ, ਇੱਕ ਪਾਠ ਕਰਾ ਦਿੰਦੇ। ਇੱਕ ਪਾਠ ਜਿਹੜਾ ਨਾ ਉਹਨੂੰ 1 ਘੰਟੇ 'ਚ ਕਰੋ। ਫਿਰ ਜਪਜੀ ਸਾਹਿਬ ਨੂੰ ਸੁਣ ਕੇ ਹੌਲੀ ਹੌਲੀ ਸੁਣ ਕੇ ਸੁਣ ਜੀਵਾਂ ਤੇਰੀ ਬਾਣੀ। ਫਿਰ ਦੂਸਰਾ ਕਰ ਲਓ,
ਅਸਲ ਵਿੱਚ ਕਹਿਣ ਤੋਂ ਭਾਵ ਹੈ ਕਿ ਪਰਮੇਸ਼ਰ ਦੇ ਨਾਂ ਤੇ ਤੁਸੀਂ ਕਿੰਨਾ ਟਾਈਮ ਲਾਉਂਦੇ ਹੋ। 2 ਘੰਟੇ, 3 ਘੰਟੇ, 4 ਘੰਟੇ, 5 ਘੰਟੇ, ਕੋਈ 8 ਘੰਟੇ ਲਾਉਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਨਾਂ ਤੇ ਟਾਈਮ ਲਾ ਕੇ ਸਿਮਰਨ ਕਰਨ ਬੈਠ ਜਾਓ ਨਾ, ਤਾਂ ਇਹ ਆਪਣੇ ਆਪ ਹੀ ਸੁਣਿਆ ਜੋਗ ਜੁਗਤ ਤਨ ਭੇਦ। ਜੋਗੀ ਤਾਂ ਖੋਲਦੇ ਨੇ ਇਹਨੂੰ, ਪਾਨ ਵਾਯੂ ਅਪਾਨ ਵਾਯੂ ਰੋਕ, ਕਦੇ 84 ਆਸਣ ਲਾਓ, ਕਦੇ ਪੁੱਠੇ ਲਟਕੋ, ਕਦੇ ਕੁਛ ਕਰੋ, ਕਦੇ ਸਵਾਸਾਂ ਨੂੰ ਰੋਕਦੇ ਨੇ, ਕਦੇ ਉਹ ਬਹੁਤ ਔਖਾ ਰਸਤਾ। ਪਰ ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਸੁਤੇ ਸਿੱਧੀ ਮਾਰਗ ਖੁੱਲ੍ਹ ਜਾਂਦੇ ਨੇ। ਇਸ ਕਰਕੇ ਗੁਰਬਾਣੀ ਪੜ੍ਹਦਿਆਂ ਅਭਿਆਸ ਕਰਦਿਆਂ ਸੁਤੇ ਹੀ ਰਸਤੇ ਖੁੱਲ੍ਹ ਜਾਂਦੇ ਨੇ। ਨਾਨਕ ਤੇਹੋ ਤੇ ਉੱਪਰ ਸਾਚਾ। ਹੁਣ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸੱਚਾ ਵਾਹਿਗੁਰੂ ਤਿੰਨਾਂ ਨਾੜੀਆਂ ਦੇ ਬੰਧਨਾਂ ਜਾਂ ਸਾਧਨਾਂ ਤੋਂ ਵੀ ਉੱਪਰ ਪਰੇ। ਸਤਿਗੁਰ ਸ਼ਬਦ ਸਮਾਏ, ਜੀਵ ਸਤਿਗੁਰ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਵਿੱਚ ਸਮਾ ਜਾਂਦਾ, ਕਿਉਂਕਿ ਇਹ ਚੀਜ਼ਾਂ ਸਾਰੀਆਂ ਥੱਲੇ ਦੀਆਂ ਨੇ। ਜਿਵੇਂ ਕਿਸੇ ਬੰਦੇ ਕੋਲ ਸਾਧਨ ਹੈ, ਉਹ ਕਾਰ ਤੇ ਬੜੀ ਵਧੀਆ ਉਹਦੇ ਕੋਲ, ਪਰ ਜੇ ਉਹਨੇ ਕਾਰ ਦੇ ਉੱਤੇ ਕਿਸੇ ਦੂਸਰੇ ਦੇਸ਼ ਨੂੰ ਜਾਣਾ 7 ਸਮੁੰਦਰਾਂ ਤੋਂ ਪਾਰ ਮੁਸ਼ਕਲ ਹੈ। ਚਲੋ ਜੇ ਬਾਈ ਰੋਡ ਨੇ ਰਸਤਾ ਕੱਢ ਵੀ ਲਿਆ ਤੇ ਘੱਟੋ ਘੱਟ ਵੀ 20,000 ਕਿਲੋਮੀਟਰ ਜਾਣਾ, ਤਾਂ ਕਿੰਨੇ ਦਿਨ ਲੱਗ ਜਾਣੇ, ਕਿੰਨੀਆਂ ਮੁਸੀਬਤਾਂ, ਕਿੱਥੋਂ ਤੇਲ ਲਓ, ਕਿੱਥੇ ਰਾਹ 'ਚ ਰੋਟੀ ਖਾਓ। ਤੇ ਬਾਈ ਏਅਰ ਜਿਹੜੇ ਜਾਂਦੇ ਨੇ, ਲਓ ਜੀ ਪਹੁੰਚ ਗਏ ਬਸ 8 ਘੰਟੇ 7 ਘੰਟੇ 'ਚ। ਤੇ ਕਾਰ ਵਾਲੇ ਵਿਚਾਰੇ ਕਹਿੰਦੇ ਉਹ ਜੀ 6 ਮਹੀਨਿਆਂ ਬਾਅਦ ਉੱਥੇ ਪਹੁੰਚਿਆ, ਫਲਾਨਾ 3 ਮਹੀਨੇ ਬਾਅਦ ਫਲਾਣੇ ਥਾਂ ਪਹੁੰਚਿਆ। ਸਤਿਗੁਰੂ ਕਹਿੰਦੇ ਜਿਹਦੇ ਕੋਲ ਸਾਈਕਲ ਹੋਵੇ, ਫਿਰ ਉਹ ਜਿਹੜਾ ਪੈਦਲ ਹੋਵੇ ਉਹ ਸਭ ਤੋਂ ਹੀ ਜ਼ਿਆਦਾ ਟਾਈਮ ਲਾਊਗਾ। ਗੁਰਬਾਣੀ ਸਭ ਤੋਂ ਜ਼ਿਆਦਾ ਉੱਤਮ ਤਰੀਕਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, ਕਿਉਂਕਿ ਧੁਰ ਕੀ ਬਾਣੀ ਆਈ, ਇਹ ਧੁਰਾਂ ਦੀ ਬਾਣੀ ਹੈ ਤੇ ਧੁਰ ਨਾਲ ਹੀ ਮਿਲਾਉਂਦੀ। ਹੋਰ ਸਾਧਨ ਬੇਅਰਥ ਹੋ ਜਾਂਦੇ ਕਲਯੁਗ 'ਚ, ਕਿਉਂਕਿ ਸਿੱਧ ਗੋਸ਼ਟ ਦੇ ਆਰੰਭ ਵਿੱਚ ਸਿੱਧਾਂ ਨੇ ਅਕਾਲ ਪੁਰਖ, ਪ੍ਰਕਿਰਤੀ ਅਤੇ ਜੀਵ ਬਾਰੇ ਪ੍ਰਸ਼ਨ ਪੁੱਛੇ ਸਨ। ਫਿਰ ਸਤਿਗੁਰੂ ਜੀ ਨੇ ਮਾਇਆ ਵਿੱਚ ਨਿਰਲੇਪ ਰਹਿ ਕੇ ਆਪਣੇ ਮਤ ਦੀ ਵਿਆਖਿਆ ਇਉਂ ਦੱਸੀ ਸੀ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰਮੁਖ ਤੇ ਮਨਮੁਖ ਬਾਰੇ ਚਾਨਣ ਪਾਇਆ ਸੀ। ਫਿਰ ਕਬੁੱਧ ਨੂੰ ਸਬੁੱਧ ਬਣਾਉਣ ਦੀ ਜਾਚ ਦੱਸੀ। ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਸ਼ਬਦ ਜਾਪ ਤੇ ਬਹੁਤ ਜ਼ੋਰ ਦਿੱਤਾ, ਕਿਉਂਕਿ ਸਭ ਤੋਂ ਸ਼੍ਰੋਮਣੀ ਸ਼ਬਦ ਦੱਸਿਆ ਹੈ। ਇਸ ਲਈ ਜੋਗੀ ਪ੍ਰਸ਼ਨ ਕਰ ਰਹੇ ਨੇ ਕਿ ਸ਼ਬਦ ਕਿੱਥੇ ਵਸਦਾ, ਵਿਸਥਾਰ ਨਾਲ ਦੱਸੋ ਤਾਂ, ਕਿਉਂਕਿ ਇਹ ਅਧਿਆਤਮਕ ਖੇਤਰ ਹੈ ਜਿਹੜਾ ਆਪਾਂ ਸੁਣ ਰਹੇ ਹਾਂ। ਅਧਿਆਤਮਕ ਖੇਤਰ ਵਿੱਚ ਸਭ ਤੋਂ ਸ਼੍ਰੋਮਣੀ ਸ਼ਬਦ ਫਿਰ ਸੱਚੀ ਲਿਵ ਹੈ। ਲਿਵ ਮੰਡਲ ਵਿੱਚ ਜਿਹੜਾ ਪਹੁੰਚਣ ਲਈ ਜਿੱਥੇ ਜਪ ਤਪ ਸੇਵਾ ਸੰਜਮ ਦਾ ਕਰਨਾ ਜ਼ਰੂਰੀ ਹੈ, ਉੱਥੇ ਨਾਲ ਫਿਰ ਪਰਮੇਸ਼ਰ ਦੀ ਨਦਰ ਦਾ ਪਾਤਰ ਬਣਨਾ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ। ਉਹ ਲਾਹੇ ਬੰਦਾ ਹੈ ਵੱਡਾ। ਇਹਦੇ 'ਚ ਹੁਣ ਅੰਮ੍ਰਿਤ ਵੇਲੇ ਜਾਗਣਾ ਮੁੱਖ ਚੀਜ਼ ਹੈ। ਅੱਜ ਦੀ ਬਹੁ ਗਿਣਤੀ ਅੰਮ੍ਰਿਤ ਵੇਲੇ ਤੋਂ ਕੁਛ ਮਾਹੌਲ ਵੀ ਐਸਾ ਬਣ ਗਿਆ, ਉੱਠਣ ਤੋਂ ਵੀ ਕਤਰਾਉਂਦੇ, 12-1 ਵਜੇ ਸੌਣਾ ਹਰੇਕ ਨੇ। ਉਹ ਜਦ ਕਿ ਨੂੰ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਉਦੋਂ ਕਿ ਨੂੰ ਆਪਾਂ ਸੌਂ ਰਹੇ ਹੁੰਦੇ ਹਾਂ। ਦੇਖੇ ਨੇ ਐਸੇ ਗੁਰਮੁਖ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣਾ, ਉਹ ਤਾਂ 9 ਵਜੇ ਨੂੰ ਸੌਂ ਵੀ ਜਾਂਦੇ ਨੇ, 10 ਵਜੇ ਸੌਂ ਜਾਂਦੇ ਨੇ, ਤੇ ਸਵੇਰੇ ਫਿਰ ਅੰਮ੍ਰਿਤ ਵੇਲੇ ਜਾਗ ਵੀ ਪੈਂਦੇ ਨੇ। ਇਹ ਵੱਡੀ ਇੱਕ ਬਖਸ਼ਿਸ਼ ਹੈ ਕਿ ਕਿਸੇ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਦਾ। ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਕੀਰਤਨ ਕਰਨਾ, ਸੁਣਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਪ੍ਰੇਮ ਨਾਲ ਇਹ ਕਰਮ ਕਮਾਉਂਦਿਆਂ ਪੂਰੇ ਭਾਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਘਾਲ ਖਾਏ ਸੁਕਿਰਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਭਾਈ ਗੁਰਦਾਸ ਜੀ ਦੇ ਰਾਹੀਂ ਕਾਲ ਖਾਏ ਕੇ ਛੱਤੋਂ ਦੇ, ਨਾਨਕ ਰਾਹ ਪਛਾਣੈ ਸੇ। ਹੁਣ ਮਹਾਰਾਜ ਨੇ ਇਹ ਜਿਹੜੀਆਂ ਬਖਸ਼ੀਆਂ ਕੀਤੀਆਂ ਨੇ ਕਿ ਉਹ ਵਾਹਿਗੁਰੂ ਸ਼ਬਦ ਅਕਲ ਕਲਾ ਹੈ, ਭਾਵ ਸਾਰੀਆਂ ਸ਼ਕਤੀਆਂ ਦਾ ਆਸਰਾ ਹੈ। ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੋਵੇ ਤਾਂ ਸ਼ਬਦ ਹਿਰਦੇ 'ਚ ਵਸਦਾ ਹੈ ਤੇ ਹਿਰਦੇ 'ਚੋਂ ਭਰਮ ਦੂਰ ਹੋ ਜਾਂਦਾ। ਇੰਨਾ ਹੀ ਕਾਫੀ ਨਹੀਂ ਹੁੰਦਾ ਕਿ ਮੈਂ ਬਹੁਤ ਪਾਠ ਕੀਤਾ, ਪਾਠ ਦੇ ਨਾਲ ਉਹਦੀ ਨਜ਼ਰ ਦੇਖਣੀ ਹੈ, ਮੇਰੇ 'ਤੇ ਕਿਰਪਾ ਦ੍ਰਿਸ਼ਟੀ ਜੀ ਹੈ। ਪਵਨ ਕਾ ਵਾਸਾ ਸੁਨ ਨਿਵਾਸਾ, ਇਹਦੇ ਬਾਰੇ ਵੀ ਵਿਚਾਰ ਆਪਾਂ ਕਰੀਏ। ਹੁਣ ਸਿਆਣੇ ਸੱਜਣ, ਇਹ ਵਿਦਵਾਨ ਸੱਜਣਾ ਪਾਸੋਂ ਵੀ ਪੁੱਛਿਆ ਹੈ ਕਿ ਪਵਨ ਦੇ ਅਰਥ ਪ੍ਰਾਣ ਕੀਤੇ ਨੇ, ਕਿਸੇ ਗੁਰਮੁਖ ਨੇ ਗੁਰ ਸ਼ਬਦ ਕੀਤੇ ਨੇ,
ਭਾਵ ਪਵਨ ਹੀ ਗੁਰ ਸ਼ਬਦ ਹੈ। ਰੋਜ਼ ਸ਼ਲੋਕ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ। ਹੁਣ ਜਿਹੜੀ ਅੱਗੇ ਪੌੜੀ ਵਿੱਚ ਆਪਾਂ ਸ਼ਰਵਣ ਕੀਤਾ ਸੀ ਕਿ ਤ੍ਰੈ ਸੱਤ ਅੰਗੁਲ ਵਾਈ ਔਧੂ ਸੁਨ ਸੱਚ ਆਹਾਰੋ। ਹੁਣ ਜਿਵੇਂ ਸਰੀਰ ਨਾਲ ਆਪਣੀਆਂ ਅੱਖਾਂ ਲੱਗੀਆਂ ਹੋਈਆਂ, ਪਰ ਜੋਤ ਤੋਂ ਬਿਨਾਂ ਉਹ ਚਾਨਣ ਨਹੀਂ ਕਰ ਸਕਦੀਆਂ, ਦਿਖਦਾ ਨਹੀਂ ਹੈ ਜੋਤ। ਜੇ ਨਹੀਂ ਤਾਂ ਅੱਖਾਂ ਕੀ ਕਰਨਗੀਆਂ ਮੁਰਦੇ ਦੀਆਂ। ਇਸੇ ਤਰ੍ਹਾਂ ਸਰੀਰ ਪ੍ਰਾਣਾਂ ਦੇ ਆਸਰੇ ਕਾਇਮ ਹਨ ਅਤੇ ਪ੍ਰਾਣ ਜਿਹੜੇ ਨੇ ਉਹ ਵਾਹਿਗੁਰੂ ਦੀ ਸੱਤਾ ਨਾਲ ਕਾਇਮ ਹਨ। ਤਾਂ ਨਾਮ ਜਪਣ ਦੀ, ਬਾਣੀ ਪੜ੍ਹਨ ਦੀ ਲੋੜ ਹੈ, ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਜਿਉਂਦਾ ਹਾਂ। ਜੋਗੀ ਜਿਹੜੇ ਨੇ ਉਹ ਈੜਾ ਪਿੰਗਲਾ ਅਤੇ ਸੁਖਮਨਾ ਸਵਾਸਾਂ ਦੀ ਨਾੜੀਆਂ ਦੇ ਚੱਕਰ ਵਿੱਚ ਹੀ ਫਸੇ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਸ਼ਬਦ ਸੁਰਤ ਦਾ ਮਾਰਗ ਦੱਸ ਕੇ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੋੜਿਆ, ਕਿਉਂਕਿ ਵਾਹਿਗੁਰੂ ਪ੍ਰਾਣਾਯਾਮ ਦੇ ਅਭਿਆਸ ਤੋਂ ਉੱਤੇ ਇਹ ਪਹਿਲੀਆਂ ਰੀਤੀਆਂ ਸੀ। ਸਤਿਯੁਗ ਸਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ। ਮਹਾਰਾਜ ਨੇ ਇਹ ਆ ਕੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰਸਤਾ ਦੱਸਿਆ, ਤਾਂ ਸ਼ਰਮੋ ਕਿ ਸ਼ਰਮੀ ਹੁਣ ਕਹਿ ਤਾਂ ਦਿੰਦੇ ਸਾਰੇ ਕਿ ਸਾਡਾ ਮਾਰਗ ਵੱਡਾ, ਪਰ ਵੱਡਾ ਤਾਂ ਸ਼ਬਦ ਤੇ ਸੁਰਤ ਦਾ ਮਾਰਗ ਹੀ ਅਸਲ 'ਚ। ਇੱਕ ਨਾ ਇੱਕ ਦਿਨ ਫਿਰ ਸਾਰਿਆਂ ਨੂੰ ਇਸੇ ਮਾਰਗ 'ਤੇ ਹੀ ਚੱਲ ਕੇ ਕਲਿਆਣ ਮਿਲਣੀ ਹੈ। ਸੋ ਇਸ ਲਈ ਉਹ ਵਾਹਿਗੁਰੂ ਨਾਲ ਇੱਕਮਿਕ ਹੋਣ ਲਈ ਸ਼ਬਦ 'ਤੇ ਮਹਾਰਾਜ ਨੇ ਜ਼ਿਆਦਾ ਜ਼ੋਰ ਦਿੱਤਾ ਹੈ। ਇੱਕ ਇੱਕ ਪੌੜੀ 'ਚ ਕਈ ਕਈ ਪ੍ਰਸ਼ਨ ਨੇ, ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਨਾਲ ਨਾਲ ਹੀ ਸੰਖੇਪ ਰੂਪ ਸਾਰੇ ਉੱਤਰ ਦੇਤੇ ਨੇ ਅਤੇ ਵਾਹਿਗੁਰੂ ਨੂੰ ਹਵਾ ਵਾਂਗੂ ਸਰਬ ਵਿਆਪਕ ਦੱਸਿਆ। ਹੁਣ ਸਤਿਗੁਰੂ ਇਹੀ ਸਾਰਿਆਂ ਗੁਰਮੁਖਾਂ ਨੂੰ, ਸਾਨੂੰ ਸਭਨਾਂ ਨੂੰ ਸਿਧਾਂਤ ਬਖਸ਼ਿਸ਼ ਕੀਤਾ ਕਿ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਦੇ ਸਵਾਸਾਂ ਦਾ ਆਸਰਾ ਅਤੇ ਵਾਹਿਗੁਰੂ ਵਿੱਚ ਲੀਨ ਹੋਣ ਦਾ ਇੱਕੋ ਇੱਕ ਸਾਧਨ ਹੈ, ਗੁਰ ਸ਼ਬਦ ਦੀ ਕਮਾਈ। ਗੁਰੂ ਦੇ ਸ਼ਬਦ ਦੀ ਜਦ ਤੱਕ ਕਮਾਈ ਨਹੀਂ, ਉਦੋਂ ਤੱਕ, ਕਿਉਂਕਿ ਕਮਾਈ ਕਰਨ ਤੋਂ ਬਿਨਾਂ ਨਹੀਂ ਕੁਛ ਮਿਲਣਾ। ਹੁਣ ਸਾਰੇ ਜਾਣੇ ਕਹਿਣ ਕਿ ਮੈਂ ਬਿਨਾਂ ਕਮਾਈ ਤੋਂ ਹੀ ਸਭ ਕੁਛ ਪ੍ਰਾਪਤ ਕਰ ਲਵਾਂ। ਕਮਾਈ ਉਹੀ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ 2-2.5 ਘੰਟੇ 4 ਘੰਟੇ ਤਾਂ ਲਾਉਣੇ ਚਾਹੀਦੇ ਉਹਦੇ ਨਾਮ 'ਤੇ। ਕੰਮ 'ਚ ਮੈਂ ਬਿਜ਼ੀ ਬੜਾ, ਬਿਜ਼ੀ ਤਾਂ ਬਹੁਤ ਹੈ, ਉਹਦੇ ਮਾਇਆ ਵੀ ਤਾਂ ਬਹੁਤ ਕਮਾਉਣਾ ਨਾ। ਜਿਹੜਾ ਜ਼ਿਆਦਾ ਕੰਮਾਂ 'ਚ ਬਿਜ਼ੀ ਹੈ, ਠੀਕ ਆ, ਕਾਲ ਖਾਏ ਕਿ ਛੱਥੋਂ ਦੇ ਹੁਕਮ ਹੈ ਪਾਤਸ਼ਾਹ ਦਾ। ਪਰ ਸਤਿਗੁਰੂ ਕਹਿੰਦੇ ਜਦੋਂ ਤੂੰ ਫਿਰ ਅਧਿਆਤਮਿਕ ਖੇਤਰ 'ਚ ਆਏਂਗਾ ਤਾਂ ਇੱਥੇ ਤਾਂ ਫਿਰ ਇਹ ਕਰਮ ਕਰਨਾ ਹੀ ਪੈਣਾ। ਫਿਰ ਨਹੀਂ ਕਿਸੇ ਨੇ ਇਹ ਸੁਣਨਾ ਕਿ ਮੈਂ ਬਹੁਤ ਬਿਜ਼ੀ ਹਾਂ। ਅਧਿਆਤਮਿਕ ਖੇਤਰ ਦੀ ਜਾਂ ਤਾਂ ਗੱਲ ਨਾ ਕਰੇ, ਜੇ ਕਰਨੀ ਹੈ ਤਾਂ ਫਿਰ ਉਹ ਕਰਮ ਕਰਨਾ ਪੈਣਾ। ਥੋੜ੍ਹੀ ਜਿਹੀ ਕਮਾਈ ਘਟਾ ਲਓ ਤਾਂ ਕੀ ਹੈ, ਥੋੜ੍ਹਾ ਜਿਹਾ ਸਮਾਂ ਤਾਂ ਸਤਿਗੁਰੂ ਨੂੰ ਦੇਣਾ ਹੀ ਪੈਣਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ 61ਵੀਂ ਪੌੜੀ 'ਚ ਹੁਣ ਬਖਸ਼ਿਸ਼ ਕਰਕੇ ਕਹਿੰਦੇ ਨੇ, ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾ ਰਸ ਖਾਈ। ਹੁਣ ਅੱਗੇ ਹੋਰ ਪ੍ਰਸ਼ਨ ਆ ਜਾਂਦੇ ਨੇ, ਹੁਣ ਪ੍ਰਸ਼ਨ ਤੇ ਪ੍ਰਸ਼ਨ ਨੇ। ਕਹਿੰਦੇ ਮਨ ਦਾ ਜੀਵਨ, ਮਨ ਕਾ ਜੀਓ ਪਵਨ ਕਥੀਅਲੇ। ਜੀਵਨ ਦਾ ਮਤਲਬ ਹੁੰਦਾ ਆਸਰਾ, ਮਨ ਦਾ ਆਸਰਾ ਪਵਨ ਕਿਹਾ ਜਾਂਦਾ। ਪਰ ਪਵਨ ਕਿੱਥੋਂ ਰਸ ਖਾਂਦਾ, ਕਿਸ ਆਸਰੇ ਜਿਉਂਦਾ? ਮਨ ਤਾਂ ਚਲੋ ਮੰਨਿਆ ਕਿ ਪਵਨ ਦੇ ਆਸਰੇ ਹੈ, ਜਾਂ ਮਨ ਦਾ ਜੀਵਨ ਆਸਰਾ ਪਵਨ ਹੈ, ਪਰ ਪਵਨ ਦਾ ਆਸਰਾ ਕੌਣ ਹੈ? ਗੁਰੂ ਨਾਨਕ ਦੇਵ ਜੀ ਨੂੰ ਕੋਈ ਉਲਝਾਉਣ ਦਾ ਯਤਨ ਕਰਦੇ ਰਹੇ, ਅਖੀਰ ਚਰਨੀ ਡਿੱਗਣ ਗਈ ਵੀ ਮਹਾਰਾਜ ਤੁਹਾਨੂੰ ਨਹੀਂ ਕੋਈ ਜਿੱਤ ਸਕਦਾ। ਤੁਸੀਂ ਹੁਣ ਜਿਹਦੇ ਕੋਲ ਸਾਰਾ ਗਿਆਨ ਆ ਉਹਨੂੰ ਆਪਾਂ ਕਿਵੇਂ ਉਲਝਾ ਸਕਦੇ ਹਾਂ? ਸੋ ਆਮ ਬੰਦੇ ਆਮ ਨੂੰ ਉਲਝਾ ਸਕਦੇ, ਇੱਧਰੋਂ ਉੱਧਰੋਂ ਚਾਰ ਕੁ ਗੱਲਾਂ ਇੱਥੋਂ ਪੜ੍ਹੀਆਂ, ਚਾਰ ਉੱਥੋਂ ਪੜ੍ਹੀਆਂ, ਅਤੇ ਮਾੜੇ ਜਿਹੇ ਬੰਦੇ ਨੂੰ ਉਲਝਾ ਲਿਆ। ਜਿਹਦੇ ਕੋਲ ਸਾਰਾ ਗਿਆਨ ਹੈ ਉਹਨੂੰ ਕੌਣ ਉਲਝਾ ਸਕਦਾ? ਨੀਮ ਹਕੀਮ ਖਤਰਾ ਹੈ ਜਾਨ। ਉਹ ਨੀਮ ਹਕੀਮ 4 ਕੁ ਦਵਾਈਆਂ ਸਿੱਖੀਆਂ, ਉਹ ਤੋਂ ਖਤਰਾ ਹੀ ਰਹਿੰਦਾ। ਕਿਉਂ ਨਹੀਂ? ਉਹ ਨਬਜ ਦੇਖਣੀ ਨਹੀਂ, ਵਾਏ ਪਿੱਤ ਕਫ ਦਾ ਉਹਨੂੰ ਗਿਆਨ ਨਹੀਂ। ਬੰਦੇ ਨੂੰ ਪਹਿਲਾਂ ਹੀ ਬਹੁਤ ਕਫ ਹੈ ਅਤੇ ਦਵਾਈ ਫਿਰ ਉਹਨੂੰ ਘਿਓ ਨਾਲ ਦੱਸਤੀ, ਤਾਂ ਵਿਚਾਰਾ ਕਫ ਨਾਲ ਤਾਂ ਪਹਿਲਾਂ ਹੀ ਤੰਗ ਹੈ। ਬਹੁਤ ਨੌਲੇਜ ਹੋਣੀ ਚਾਹੀਦੀ ਦਵਾਈ ਦੇਣ ਲੱਗਿਆਂ ਵੀ। ਫਿਰ ਨਾਲ ਦੀ ਕਹਾਵਤ ਕੀ ਹੈ? ਨੀਮ ਮੁੱਲਾ ਖਤਰਾਏ ਇਮਾਨ। ਕਹਿੰਦੇ ਜਿਹੜਾ ਮੁੱਲਾ ਨੀਮ, ਐਵੇਂ ਜਿਵੇਂ ਕੋਈ ਵੀ ਬੰਦਾ 4 ਕਿਤਾਬਾਂ ਪੜ੍ਹੀਆਂ, ਥੋੜ੍ਹਾ ਜਿਹਾ ਗਿਆਨ ਹੋ, ਉਹ ਫਿਰ ਸਧਾਰਨ ਜਿਹੇ ਬੰਦਿਆਂ ਨੂੰ ਘੇਰਦਾ ਫਿਰਦਾ ਰਹਿੰਦਾ। ਆਮ ਬੰਦੇ ਵਿਚਾਰੇ ਕੋਲ ਟਾਈਮ ਨਹੀਂ ਹੁੰਦਾ ਇੰਨੀ ਨੌਲੇਜ ਪ੍ਰਾਪਤ ਕਰਨਾ। ਜਿਹਨੇ 2 ਕਿਤਾਬਾਂ ਪੜ੍ਹੀਆਂ ਉਹ ਗਿਆਨਵਾਨ ਹੋ ਗਿਆ। ਸਵਾਦ ਤਾਂ ਹੁੰਦਾ ਕਿ ਤਕੜੇ ਗਿਆਨਵਾਨ ਨਾਲ ਟੱਕਰ ਲਈਏ ਅਤੇ ਮੁੜ ਕੇ ਉੱਥੋਂ ਚੰਗੇ ਜਵਾਬ ਖਰੇ ਸੁਣੀਏ ਅਤੇ ਫਿਰ ਪਤਾ ਲੱਗਦਾ। ਹੁਣ ਸਤਿਗੁਰੂ ਨਾਨਕ ਦੇਵ ਜੀ ਨੂੰ ਉਲਝਾਉਣਾ ਚਾਹੁੰਦੇ ਨੇ। ਸਤਿਗੁਰੂ ਨਾਨਕ ਦੇਵ ਜੀ ਨੂੰ ਹੁਣ ਕੁਐਸਚਨ ਇੰਨਾ ਡੂੰਘਾ ਕਰਤਾ ਵੀ ਇਹ ਕਿੱਥੋਂ ਜੀ ਰਸ ਖਾਂਦਾ। ਹੁਣ ਖੁਸ਼ ਨੇ ਵੀ ਹੁਣ ਨਹੀਂ ਜਵਾਬ ਆਉਣਾ। ਗਿਆਨ ਕੀ ਮੁਦਰਾ ਕਵਨ ਔਧੂ, ਸਿੱਧ ਕੀ ਕਵਨ ਕਮਾਈ। ਹੁਣ ਔਧੂ ਪੁੱਛਦਾ ਹੈ ਕਿ ਗਿਆਨ ਦੀ ਸਾਧਨਾ ਕਿਹੜੀ ਹੈ, ਸਿੱਧ ਦੀ ਕਿਹੜੀ ਕਮਾਈ ਹੈ। ਹੇ ਅਵਧੂਤ ਜੋਗੀ, ਔਧੂ ਤੋਂ ਭਾਵ
ਭਾਵ ਸਿੱਧ ਕੀ ਪ੍ਰਾਪਤ ਕਰ ਲੈਂਦਾ ਹੈ। ਬਿਨ ਸ਼ਬਦੈ ਰਸ ਨਾ ਆਵੈ, ਔਧੂ ਹਉਮੈ ਪਿਆਸ ਨਾ ਜਾਈ। ਹੁਣ ਉੱਤਰ ਦਿੰਦੇ ਨੇ, ਪਹਿਲਾਂ ਤਾਂ 2 ਕੁਐਸਚਨ ਸੀਗੇ, ਹੁਣ ਉੱਤਰ ਦਿੰਦੇ ਨੇ, ਹੇ ਔਧੂ, ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਪ੍ਰਾਪਤ ਨਹੀਂ ਹੁੰਦਾ। ਪਵਨ ਕਹਾਂ ਰਸ ਖਾਈ, ਇਹ ਪਵਨ ਦਾ ਰਸ, ਪਵਨ ਦਾ ਆਸਰਾ ਕੀ ਸ਼ਬਦ ਹੈ, ਅਤੇ ਸ਼ਬਦ ਬਿਨਾਂ ਹਉਮੈ ਦੀ ਤ੍ਰੇਹ ਨਹੀਂ ਬੁਝਦੀ। ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਆਪਾਂ ਦੇਖਾਂਗੇ ਸਾਰੇ ਜੀਵ ਹਉ ਮੈਂ, ਬਈ ਬੜੀ ਅਗਿਆਨਤਾ, ਬਹੁਤਾ ਜ਼ਿਆਦਾ ਅੰਧਕਾਰ ਛਾਇਆ ਹੋਇਆ। ਵਾਹਿਗੁਰੂ ਸਮੱਤ ਬਖਸ਼ੇ ਕਿਸੇ ਨੂੰ, ਵਿਵੇਕ ਬੁੱਧੀ ਦੇਵੇ ਤਾਂ ਗਿਆਨ ਹੁੰਦਾ, ਨਹੀਂ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਦੀ ਪਿਆਸ ਜਾਂਦੀ ਨਹੀਂ। ਤਾਂ ਜਾਂਦੀ ਕਿਵੇਂ? ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਹੁਣ ਜਿਹੜੇ ਗੁਰਮੁਖ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ, ਉਹ ਸੱਚੇ ਪ੍ਰਭੂ ਦੇ ਨਾਮ ਵਿੱਚ ਰੱਜੇ ਰਹਿੰਦੇ ਨੇ। ਵਾਸਤਵ ਵਿੱਚ ਕਾਸ਼ ਕਿਤੇ ਸਾਰਿਆਂ ਨੂੰ ਇਹ ਗਿਆਨ ਹੋ ਜਾਂਦਾ। ਕਰਮ ਹੈ ਸਾਡਾ ਕਥਾ ਕਰਨਾ, ਵਿਚਾਰ ਕਰਨੀ, ਆਪ ਵੀ ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਸਾਨੂੰ ਵੀ ਸੰਤੋਖ ਬਖਸ਼ੇ, ਇਹ ਰਸ ਬਖਸ਼ੇ। ਰਸ ਵਾਲਿਆਂ ਨਾਲ ਬਹੁਤ ਸਮਾਂ ਲਾਇਆ ਵੀ ਹੈ, ਰਸ ਵਾਲਿਆਂ ਕੋਲ ਰਹਿੰਦੇ ਵੀ ਹਾਂ, ਰਸਾਂ ਵਾਲੇ ਰੱਬ ਦੇ ਪਿਆਰੇ ਹੁਣ ਵੀ ਮਿਲਦੇ ਨੇ। ਪਰ ਵਾਹਿਗੁਰੂ ਸਾਰਿਆਂ ਨੂੰ ਇਸ ਪਾਸੇ ਲਾਉਂਦੇ ਨੇ, ਜਿੰਨੇ ਕੁ ਕਰਮ ਹੁੰਦੇ ਨੇ ਉਹਨਾਂ ਕੀ ਚੱਲਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਰੱਜੇ ਰਹਿੰਦੇ ਨੇ ਰੱਬ ਦੇ ਪਿਆਰੇ ਰਸ ਦੇ ਵਿੱਚ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਕਵਨ ਬੁੱਧ ਜਿਤ ਅਸਥਿਰ ਰਹੀਆ, ਕਿਤ ਭੋਜਨ ਤ੍ਰਿਪਤਾਸੈ। ਹੁਣ ਪ੍ਰਸ਼ਨ ਹੈ ਕਿ ਉਹ ਕਿਹੜੀ ਮੱਤ ਹੈ ਜਿਸ ਨਾਲ ਮਨ ਟਿਕਿਆ ਰਹਿੰਦਾ ਅਤੇ ਕਿਹੜੇ ਭੋਜਨ ਨਾਲ ਮਨ ਰੱਜ ਜਾਂਦਾ ਹੈ। ਮਨ ਨੂੰ ਟਿਕਾਉਣਾ, ਕਿਹੜੇ ਭੋਜਨ ਨਾਲ ਮਨ ਰੱਜ ਜਾਂਦਾ ਹੈ, ਉਹ ਭੋਜਨ ਦੱਸੋ। ਆਪਾਂ ਵੀ ਅੱਜ ਪੁੱਛਦੇ ਹਾਂ, ਮਨ ਟਿਕਦਾ ਕਿਵੇਂ ਹੈ, ਮਨ ਰੱਜਦਾ ਕਿਵੇਂ ਹੈ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਬਖਸ਼ਿਸ਼ ਕਰਦੇ ਨੇ। ਝੋਲੀਆਂ ਫੈਲਾ ਕੇ ਮੰਗ ਲਓ, ਝੋਲੀ ਵਿੱਚ ਆਪਣੀ 'ਚ ਪਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਦੇਖੋ, ਬੁੱਧੀ ਨੂੰ ਇੱਕ ਜਗ੍ਹਾ ਦੇ ਉੱਤੇ ਮਨ ਨੂੰ ਜਿਹੜਾ ਨਾ ਟਿਕਾਉਣਾ ਅਤੇ ਰੱਜਣਾ, ਇਹ ਮੈਂ ਕਹਿੰਦੇ ਰਸਤਾ ਦੱਸ ਦਿੰਦਾ, ਕਮਾਉਣਾ ਤੁਸੀਂ ਹੈ। ਨਾਨਕ ਦੁੱਖ ਸੁੱਖ ਸਮ ਕਰ ਜਾਪੈ। ਇਹ ਵੱਡੀ ਚੀਜ਼ ਹੈ ਕਿ ਸਭ ਕੁਝ ਮਿਲ ਤਾਂ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਤੋਂ ਜੋ ਸਤ ਸ਼ਬਦ ਪ੍ਰਾਪਤ ਹੁੰਦਾ ਨਾ, ਸੱਚਾ ਸ਼ਬਦ, ਉਹਦੇ ਨਾਲ ਦੁੱਖ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ। ਵੈਸੇ ਜੇ ਕਿਸੇ ਬੰਦੇ ਨੂੰ ਆਮ ਕਹੀਏ ਕਿ ਤੂੰ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਜਾਣ, ਔਖਾ ਹੈ। ਸ਼ਬਦ ਦੇ ਆਸਰੇ ਨੂੰ ਲੈ ਕੇ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਜਾਣਨਾ ਹੈ। ਕਿਉਂ? ਬਰਸਾਤ ਹੋ ਰਹੀ ਹੈ, ਬਹੁਤ ਕੜਾਕੇ ਦੀ ਧੁੱਪ ਪੈ ਰਹੀ ਹੈ। ਜੇ ਕੋਲ ਛਤਰੀ ਹੋਵੇ ਤਾਂ ਬਰਸਾਤ ਤੋਂ ਵੀ ਅਤੇ ਧੁੱਪ ਤੋਂ ਵੀ ਬਚਾਅ ਹੋ ਜਾਂਦਾ ਹੈ। ਸ਼ਬਦ ਦੇ ਆਸਰੇ ਨਾਲ ਆਪਾਂ ਦੁੱਖ ਅਤੇ ਸੁੱਖ ਦੇ 'ਚ ਬਿਰਤੀ ਨੂੰ ਇੱਕੋ ਜਿਹੀ ਰੱਖ ਸਕਦੇ ਹਾਂ। ਕਿਉਂ ਜਦੋਂ ਬਿਰਤੀ ਇੱਕੋ ਜਿਹੀ ਰਹੀ ਸ਼ਬਦ ਦੇ ਵਿੱਚ, ਉਦੋਂ ਆਨੰਦ ਬਣਦਾ। ਅਤੇ ਜਦੋਂ ਕਦੇ ਦੁੱਖ ਆ ਗਿਆ ਤਾਂ ਬਿਲਕੁਲ ਹੀ ਥੱਲੇ ਡਿੱਗ ਪੈਣਾ, ਸੁੱਖ ਆ ਗਿਆ ਤਾਂ ਭੰਗੜੇ ਪਾਉਣ ਲੱਗ ਜਾਣਾ। ਜਨਮੈ ਕੋ ਵਾਜੇ ਵਾਏ, ਸੁਹ ਲੜੇ ਅਗਿਆਨੀ ਗਾਏ। ਘਰ ਵਿੱਚ ਬੱਚਾ ਲੜਕਾ ਹੋ ਗਿਆ ਜੀ, ਛਾਲਾਂ ਮਾਰਦੇ ਫਿਰਨਾ, ਭੰਗੜੇ ਪਾ ਤੇ ਬਹੁਤ ਕੁਛ ਕੀਤਾ, ਸ਼ਰਾਬਾਂ ਕਬਾਬਾਂ। ਜਦੋਂ ਕਿਤੇ ਉਹੀ ਚੜ੍ਹਾਈ ਕਰ ਜਾਂਦਾ, ਫਿਰ ਧਰਤੀ 'ਤੇ ਲਿਟ ਲਿਟ ਕੇ ਰੋਂਦਾ ਜੀਵ। ਮਾਇਆ ਆ ਗਈ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ। ਨੱਚਦਾ ਫਿਰਦਾ, ਦੇਖਿਆ ਦੇਖਿਆ ਸੁਣੈ ਬੋਲੇ, ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹ ਚੀਜ਼ 'ਚੋਂ ਬਾਹਰ ਆਉਣਾ ਕਿ ਦੁੱਖ ਸੁੱਖ ਜਿਹੜਾ ਹੈ ਨਾ, ਇਹਨਾਂ ਨੂੰ ਇੱਕ ਬਰਾਬਰ ਜਾਣਨਾ। ਦੁੱਖ ਵਿੱਚ ਵੀ ਨਹੀਂ ਨਾਮ ਛੱਡਣਾ ਅਤੇ ਸੁੱਖ ਵਿੱਚ ਵੀ ਨਹੀਂ। ਅਨੰਦਪੁਰ ਸਾਹਿਬ ਦੇ ਵਿੱਚ ਬੈਠ ਕੇ ਵੀ ਆਸਾ ਦੀ ਵਾਰ, ਨਿਤਨੇਮ, ਇਸ਼ਨਾਨ ਨਹੀਂ ਛੱਡਿਆ। ਸੁੱਖ ਵਿੱਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਪੋਹ ਦੇ ਦਿਨ ਠੰਡ, ਸਰਸਾ ਪਾਰ ਕੀਤੀ, ਕੱਪੜੇ ਗਿੱਲੇ ਨੇ, ਪਰ ਕਹਿੰਦੇ ਆਸਾ ਦੀ ਵਾਰ ਲਗਾਓ ਬਾਈ ਸਵੇਰੇ 4 ਵਜੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਛੱਡਿਆ, ਭਾਵੇਂ ਕੁਛ ਵੀ ਆਇਆ। ਉਹ ਦਿਖਾਇਆ ਹੀ ਸੀ ਆਪਾਂ ਨੂੰ ਕਿ ਦੁੱਖ ਅਤੇ ਸੁੱਖ ਵਿੱਚ ਇੱਕੋ ਜਿਹਾ ਨਿਤਨੇਮ, ਇੱਕੋ ਜਿਹਾ ਰਹਿਣਾ। ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗਰਾਸੈ। ਫਿਰ ਉਹਨੂੰ ਜਿਹੜਾ ਹੈ ਨਾ, ਜਦੋਂ ਦੁੱਖ ਅਤੇ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ, ਕਾਲ ਵੀ ਨਹੀਂ ਗਰਸਦਾ, ਫੜਦਾ ਉਹਨੂੰ। ਤਰੀਕਾ ਹੈ ਬਸ। ਗੁਰੂ ਨਾਨਕ ਦੇਵ ਜੀ ਨੇ ਆਪਾਂ ਗੁਰਸਿੱਖਾਂ ਨੂੰ ਇਹ ਤਰੀਕਾ ਦੱਸ ਦਿੱਤਾ ਹੈ
ਕਿ ਇਸ ਤਰੀਕੇ ਨਾਲ ਚੱਲ ਕੇ ਤੁਸੀਂ ਸਫਲ ਹੋ ਸਕਦੇ ਹੋ। 62ਵੀਂ ਪੌੜੀ 'ਚ ਕੀ ਕਹਿੰਦੇ ਨੇ? ਰੰਗ ਨਾ ਰਾਤਾ ਰਸ ਨਹੀਂ ਮਾਤਾ, ਜਿਹੜਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਨਹੀਂ ਰਤਿਆ, ਪ੍ਰੇਮ ਦੇ ਰਸ ਵਿੱਚ ਮਸਤ ਨਹੀਂ ਹੋਇਆ। ਬਿਨ ਗੁਰ ਸ਼ਬਦੈ ਜਲ ਬਲ ਤਾਤਾ, ਉਹ ਸਤਿਗੁਰ ਦੇ ਸ਼ਬਦ ਤੋਂ ਬਿਨਾਂ ਸੜ ਬਲ ਕੇ ਦੁਖੀ ਹੁੰਦਾ ਰਹਿੰਦਾ। ਜਲ ਬਲ ਤਾਤਾ, ਐਵੇਂ ਤੱਤਾ ਹੋਇਆ ਰਹਿੰਦਾ, ਸੜਿਆ ਬਲਿਆ ਗਰਮ ਦੁਖੀ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਜਿਸ ਨੇ ਹੁਣ ਸਤਿਗੁਰ ਦੇ ਸ਼ਬਦ ਨਹੀਂ ਉਚਾਰਿਆ, ਜਾਣੋ ਉਸਨੇ ਇਹ ਕਾਮ ਉੱਤੇ ਵੀ ਕਾਬੂ ਨਹੀਂ ਪਾਇਆ। ਬਿੰਦ ਨਾ ਰਾਖਿਆ, ਕਿਉਂਕਿ ਕਾਮ ਦੇ ਉੱਤੇ ਕਾਬੂ ਨਾਮ ਨੇ ਪਾਉਣਾ ਸੀ। ਨਾਮ ਜਪਿਆ ਨਹੀਂ ਤੇ ਉਹੀ ਧੱਕੇ ਨਾਲ ਹੀ ਇਹਨੂੰ ਰੋਕਣ ਦਾ ਯਤਨ ਕਰਨਾ। ਮੈਂ ਵਿਕਾਰਾਂ ਤੋਂ ਫਤਿਹ ਪ੍ਰਾਪਤ ਕਰ ਲਾਂ, ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਿਨਾਂ ਹੀ ਸ਼ਬਦ ਤੋਂ ਜਿੱਤ ਲਵਾਂਗਾ, ਬਿਨਾਂ ਗੁਰੂ ਤੋਂ ਜਿੱਤ ਲਵਾਂਗਾ। ਇੱਥੇ ਵੱਡੇ ਵੱਡੇ ਹੋ ਕੇ ਚਲੇ ਗਏ, ਕਿਸੇ ਨੇ ਕਾਬੂ ਨਹੀਂ ਪਾਇਆ ਅਜ ਤੱਕ। ਜੇ ਨਾਂ ਲਈਏ ਵੱਡਿਆਂ ਵੱਡਿਆਂ ਦਾ ਤਾਂ ਬਸ ਫਿਰ ਕੋਈ ਗਿਣਤੀ ਨਹੀਂ ਹੈ ਵੱਡਿਆਂ ਦੀ, ਬਹੁਤ ਵੱਡਿਆਂ ਦੀ, ਛੋਟਿਆਂ 'ਤੇ ਗਿਣਤੀ ਕਾਹਦੀ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਸ਼ਬਦ ਨਹੀਂ ਉਚਾਰਨ ਕੀਤਾ, ਉਹਨਾਂ ਨੇ ਮਨ 'ਤੇ ਵੀ ਨਹੀਂ ਕਾਬੂ ਪਾਇਆ, ਤਨ 'ਤੇ ਵੀ ਨਹੀਂ ਕਾਬੂ ਪਾਇਆ, ਜ਼ੁਬਾਨ 'ਤੇ ਵੀ ਨਹੀਂ ਕਾਬੂ ਪਾਇਆ, ਅੱਖਾਂ 'ਤੇ ਵੀ ਕਾਬੂ ਨਹੀਂ ਪਾਇਆ, ਕੰਨਾਂ 'ਤੇ ਵੀ ਨਹੀਂ ਪਾਇਆ, ਕਿਉਂਕਿ ਸ਼ਬਦ ਹੀ ਆਸਰਾ ਹੈ। ਸ਼ਬਦ ਦੇ ਨਾਲ ਹੀ ਆਪਾਂ ਰੋਕ ਸਕਦੇ ਹਾਂ ਅੱਖਾਂ ਨੂੰ। ਇਹ ਨੇਤਰੋ ਮੇਰੇ ਹੋਏ, ਸਰਵਣੋ ਮੇਰੇ ਹੋਏ, ਰਸਨਾ ਤੂੰ ਅਨਰਸ ਰਾਚ ਰਹੀ, ਸਾਰਾ ਕੁਝ ਦੱਸਿਆ ਤਾਂ ਹੋਇਆ। ਪਾਵਨ ਨਾ ਸਾਧਿਆ ਸੱਚ ਨਾ ਅਰਾਧਿਆ, ਜਿਹਨੇ ਸੱਚ ਨੂੰ ਨਹੀਂ ਸਿਮਰਿਆ ਉਹਨੇ ਜਾਣੋ ਪ੍ਰਾਣਾਯਾਮ ਵੀ ਨਹੀਂ ਸਾਧਿਆ। ਐਵੇਂ ਤੁਹਾਡੀਆਂ ਗੱਲਾਂ ਨੇ ਕਿ ਪ੍ਰਾਣਾਯਾਮ ਕਰਦੇ ਆ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਤੋਖਸਰ ਸਾਹਿਬ ਦੀ ਸੇਵਾ ਕਰਵਾਈ, ਮੱਠ ਦੇ ਵਿੱਚੋਂ ਜੋਗੀ ਨਿਕਲਿਆ ਸੀ ਸੰਤੋਖਾ। ਬਾਬਾ ਬੁੱਢਾ ਜੀ ਨੇ 5 ਉਂਗਲੀਆਂ ਖੜੀਆਂ ਕਰਕੇ ਪੁੱਛਿਆ ਸੀ ਕਿਵੇਂ ਹੈ? ਸਿਰ ਹਿਲਾਤਾ, ਕਹਿੰਦਾ ਨਹੀਂ, ਜਿੱਤ ਨਹੀਂ ਸਕਿਆ ਹਾਲ ਤੱਕ। ਕਦੋਂ ਦਾ ਬੈਠਾ ਜੋਗੀ ਤੇ ਨਹੀਂ ਜਿੱਤ ਸਕਿਆ ਵਿਕਾਰਾਂ ਨੂੰ। ਵਿਕਾਰ ਨਹੀਂ ਜਿੱਤੇ ਜਾਂਦੇ। ਰਿੱਧੀਆਂ ਸਿੱਧੀਆਂ ਸਿੱਟ ਲੈਂਦੀਆਂ ਇਹਨਾਂ 'ਤੇ, ਬੜੀਆਂ ਸੋਹਣੇ ਸਰੂਪ ਵਾਲੀਆਂ ਹੁੰਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੱਚ ਦੀ ਆਰਾਧਨਾ ਤੋਂ ਬਿਨਾਂ ਤਪੱਸਿਆ ਭਗਤੀ ਪੂਰੀ ਨਹੀਂ ਹੁੰਦੀ। ਅਕਥ ਕਥਾ ਲੈ ਸਾਮ ਕਰ ਰਹਿ, ਜਿਹੜਾ ਮਨੁੱਖ ਅਕਥ ਪ੍ਰਭੂ ਦੀ ਕਥਾ ਨੂੰ ਪੱਲੇ ਬੰਨ੍ਹ ਲੈਂਦਾ ਹੈ ਅਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਕੇ ਸੰਸਾਰ ਵਿੱਚ ਵਿਚਰਦਾ ਨਾ, ਤਾਂ ਉਹ ਨਾਨਕ ਆਤਮ ਰਾਮ ਕੋ ਲਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਫਰਮਾਉਂਦੇ ਬਚਨ ਕਿ ਉਹ ਸਰਬ ਵਿਆਪਕ ਵਾਹਿਗੁਰੂ ਨੂੰ ਲੱਭਦਾ ਹੈ, ਭਾਵ ਪ੍ਰਾਪਤ ਕਰ ਲੈਂਦਾ ਹੈ। ਬੜਾ ਸੌਖਾ ਰਸਤਾ ਸਤਿਗੁਰੂ ਨੇ ਦੱਸਿਆ, ਕੋਈ ਕੁਛ ਕਰਨ ਦੀ ਲੋੜ ਨਹੀਂ ਗੀ। ਇੰਨਾ ਸੌਖਾ ਰਸਤਾ ਨਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ ਰਹਾਓ। ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਛਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਦ ਪ੍ਰਤਪਾਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵਹੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵਹੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਤਿਗੁਰੂ ਮਹਾਰਾਜ ਦਾ ਇਹ ਸਿਧਾਂਤ ਹੈ ਔਰ ਇਸ ਸ਼ਬਦ ਵਿੱਚ ਸਭ ਕੁਝ ਦੱਸਦਾ। ਅੱਜ ਦੀ ਦੁਨੀਆ ਜੋ ਪੁੱਛਦੀ ਹੈ ਸਭ ਜਵਾਬ ਇਸ ਸ਼ਬਦ ਵਿੱਚ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਸੋ ਗੁਰੂ ਪਿਆਰਿਓ, ਇਹ 62 ਪੌੜੀਆਂ ਤੱਕ ਸ਼ਰਵਣ ਕੀਤਾ। ਕੁੱਲ 73 ਪੌੜੀਆਂ ਹਨ। ਨਾਲ ਨਾਲ ਵਿਚਾਰ ਵੀ ਬਣਦੀ ਰਹਿੰਦੀਆਂ ਕਿ ਜੇ ਕਿਸੇ ਨੂੰ ਪੁੱਛੀਏ ਕਿ 10 ਗੁਰਾਂ ਦੇ ਨਾਮ ਸੁਣਾਓ ਭਾਈ, ਉਹ ਤਾਂ ਜੀ ਗੁਰੂ ਨਾਨਕ ਦੇਵ ਜੀ, ਫਿਰ ਅੱਗੇ ਬਸ 5 ਪਿਆਰਿਆਂ ਦੇ ਨਾਮ ਸੁਣਾਓ, ਨਹੀਂ ਯਾਦ। 4 ਸਾਹਿਬਜ਼ਾਦੇ, ਉਹ ਵੀ ਨਹੀਂ ਯਾਦ। ਯਾਦ ਕੀ ਹੈ? ਬਾਕੀ ਜੋ ਮਰਜ਼ੀ ਸੁਣ ਲਓ, ਗਾਣੇ ਸੁਣ ਲਓ, ਹੋਰ ਕੁਝ ਸੁਣ ਲਓ, ਹੋਰ ਕੁਝ ਸੁਣ ਲਓ, ਦੁਨੀਆ ਭਰ ਦੀਆਂ ਸਭ ਚੀਜ਼ਾਂ ਯਾਦ ਹੈ। ਸੋ ਇਸ ਉਪਰਾਲੇ ਨੂੰ ਲੈ ਕੇ ਵਿਚਾਰ ਆਈ ਹੈ ਕਿ ਆਪਾਂ ਨੂੰ ਹਰ ਰੋਜ਼ ਇਹ ਸ਼ਰਵਣ ਕਰਨਾ ਚਾਹੀਦਾ। ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ, ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰ ਰਾਏ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਧੰਨ ਧੰਨ ਭਾਈ ਧਰਮ ਸਿੰਘ ਜੀ, ਧੰਨ ਧੰਨ ਭਾਈ ਹਿੰਮਤ ਸਿੰਘ ਜੀ, ਧੰਨ ਧੰਨ ਭਾਈ ਮੋਹਕਮ ਸਿੰਘ ਜੀ, ਧੰਨ ਧੰਨ ਭਾਈ ਸਾਹਿਬ ਸਿੰਘ ਜੀ। ਇਹ ਪੰਜਾਂ ਪਿਆਰੇ ਨਾਂ ਨੇ। ਚਾਰ ਸਾਹਿਬਜ਼ਾਦੇ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਸੋ ਬਾਕੀ ਵੀ ਆਪਾਂ ਇਤਿਹਾਸ ਦੇ ਨਾਲ ਨਾਲ ਪੰਨੇ ਵਿਚਾਰਾਂਗੇ, ਹੋਰ ਵੀ ਇਸ ਤੋਂ ਗੂੜ੍ਹ ਵਿਚਾਰ ਕਰਾਂਗੇ। ਇਹ ਰੋਜ਼ ਦਸਾਂ ਗੁਰਾਂ ਦਾ ਨਾਂ, ਪੰਜਾਂ ਪਿਆਰਿਆਂ ਦੇ ਨਾਂ, ਚਾਰ ਸਾਹਿਬਜ਼ਾਦਿਆਂ ਦੇ ਨਾਂ ਬੱਚਿਆਂ ਨੂੰ ਸੁਣਾਓ, ਆਪ ਕੰਠ ਕਰੋ। ਸੋ ਇਹ ਅੱਜ ਹੀ ਵਿਚਾਰ ਆਈ ਹੈ ਮਨ 'ਚ ਕਿ ਕਿਸ ਤਰ੍ਹਾਂ ਯਾਦ ਕਰਾਈਏ ਸਾਰਿਆਂ ਨੂੰ। ਸੋ ਕਥਾ ਤੋਂ ਬਾਅਦ ਇਹ ਆਪਾਂ ਹਰ ਰੋਜ਼ ਜੇ ਬੱਚਿਆਂ ਨੂੰ ਵੀ ਸਮਝਾਈਏ ਵੀ ਆਹ ਨਾਮ ਨੇ, ਫਿਰ ਸਤਿਗੁਰੂ ਦੇ ਕਿਰਪਾ ਦਾ ਸਦਕਾ ਸਾਰਾ ਕੁਝ ਯਾਦ ਹੋ ਜਾਵੇਗਾ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਜਿੰਨੀ ਕੁ ਬੁੱਧੀ ਸੀ ਉਨੀ ਕੁ ਸੇਵਾ ਕੀਤੀ ਹੈ। ਸੰਗਤ ਵਿੱਚ ਕੋਈ ਜਿਵੇਂ ਆਉਂਦਾ, ਕੋਈ ਕਿੰਨੇ ਪੈਸੇ ਦੀ ਸੇਵਾ ਕਰਦਾ, ਕੋਈ ਕਿੰਨਿਆਂ ਦੀ ਕਰਦਾ, ਕੋਈ ਪੂਰਾ ਲੰਗਰ ਹੀ ਕਰ ਦਿੰਦਾ, ਕੋਈ 100 ਪਾਠ ਕਰਾਉਣ ਜੋਗਾ, ਕੋਈ ਇੱਕ ਜੋਗਾ ਹੀ ਹੈ। ਆਪਣੀ ਕੈਪੈਸਿਟੀ ਹੈ। ਜਿੰਨੀ ਕੁ ਮੇਰੀ ਬੁੱਧੀ ਆ, ਜਿੰਨਾ ਕੁ ਮੈਨੂੰ ਚਾਨਣਾ ਮੈਂ ਉਹਨਾਂ ਕੁ ਸੁਣਾ ਦਿੱਤਾ। ਹੁਣ ਤੁਸੀਂ ਕਹੋਗੇ ਆਹ ਨਹੀਂ ਦੱਸਿਆ, ਵੀ ਮੈਨੂੰ ਇੰਨਾ ਕੀ ਗਿਆਨ ਹੈ। ਬਸ ਮੈਂ ਤੁਹਾਤੋਂ ਮੰਗਦਾ ਕਿ ਅਰਦਾਸ ਕਰੋ ਕਿ ਮੈਨੂੰ ਹੋਰ ਸਤਿਗੁਰੂ ਗਿਆਨ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਆਓ ਨਾਮ ਦੇ ਨਾਲ ਜੁੜੀਏ, ਪਿਆਰ ਸਤਿਕਾਰ ਦੇ ਨਾਲ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।